ਦਿੱਤੇ ਪ੍ਰਸ਼ਨ ਲਈ ਸਹੀ ਗਲਤ ਉੱਤਰ ਚੁਣੋ। ਹਰੇਕ ਪ੍ਰਸ਼ਨ ਦਾ ਇੱਕ ਅੰਕ ਹੈ। ਸਾਨੂੰ ਸਹੀ ਜਾਂ ਗਲਤ ਦੱਸਣਾ ਹੈ। ਤੇ ਸਾਡਾ ਪਹਿਲਾ ਜੋ ਕੁਐਸਚਨ ਹੈ ਉਹਦੇ ਵਿੱਚ ਸਾਨੂੰ ਕਿਹਾ ਗਿਆ ਹੈ ਆਇਤ ਦੇ ਵਿਕਰਣ ਬਰਾਬਰ ਹੁੰਦੇ ਹਨ। ਦੇਖੋ ਆਇਤ ਕੀ ਹੁੰਦਾ ਹੈ, ਰੈਕਟੈਂਗਲ ਹੁੰਦਾ ਹੈ, ਤੇ ਵਿਕਰਣ ਕੀ ਹੁੰਦੇ ਹੈ, ਡਾਇਗਨਲਸ ਹੁੰਦੇ ਹੈ। ਮੈਂ ਤੁਹਾਨੂੰ ਡਰਾ ਕਰਕੇ ਦਿਖਾ ਦਿੰਦਾ ਹਾਂ। ਇਹ ਜੋ ਹੈ ਇੱਕ ਰੈਕਟੈਂਗਲ ਹੈ। ਰੈਕਟੈਂਗਲ ਕਿਵੇਂ ਹੈ? ਕਿਉਂਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਲੈਂਥ ਹੈ, ਲੰਬਾਈ ਹੈ, ਤੇ ਜੋ ਚੌੜਾਈ ਹੈ ਯਾਨੀ ਕਿ ਬ੍ਰੈਡਥ ਹੈ, ਉਹ ਦੋਵੇਂ ਸੇਮ ਨਹੀਂ ਨੇ, ਉਹ ਦੋਵੇਂ ਅਲੱਗ-ਅਲੱਗ ਨੇ। ਲੈਂਥ ਤੇ ਬ੍ਰੈਡਥ ਅਲੱਗ ਨੇ, ਠੀਕ ਹੈ। ਅਗਰ ਸੇਮ ਹੋਣ ਤਾਂ ਫਿਰ ਉਹ ਸਕੁਅਰ ਹੁੰਦਾ ਹੈ। ਇਹਦੇ ਵਿੱਚ ਸਾਨੂੰ ਪੁੱਛਿਆ ਗਿਆ ਸੀ ਵੀ ਆਇਤ ਦੇ ਵਿਕਰਣ ਬਰਾਬਰ ਹੁੰਦੇ ਹਨ। ਤਾਂ ਦੇਖੋ ਵਿਕਰਣ ਕੀ ਹੁੰਦਾ ਹੈ, ਜਿਵੇਂ ਮੈਂ ਇਹ ਇੱਕ ਲਾਈਨ ਡਰਾ ਕੀਤੀ ਹੈ, ਠੀਕ ਹੈ। ਇੱਦਾਂ ਹੀ ਇਸ ਪੁਆਇੰਟ ਨੂੰ ਲੈ ਕੇ ਇੱਥੇ ਤੱਕ, ਠੀਕ ਹੈ। ਇਹ ਵੈਸੇ ਅੰਦਰ ਹੀ ਹੁੰਦਾ ਹੈ ਡਾਇਗਨਲ ਦੇ, ਰੈਕਟੈਂਗਲ ਦੇ। ਹਾਂਜੀ, ਇਹ ਤੁਹਾਡੇ ਜੋ ਹੈ ਦੋ ਡਾਇਗਨਲਸ ਹੈ ਜਾਂ ਫਿਰ ਵਿਕਰਨ ਕਹਿ ਸਕਦੇ ਆ ਪੰਜਾਬੀ ਦੇ ਵਿੱਚ। ਤਾਂ ਇਹਨਾਂ ਦਾ ਕੁਐਸਚਨ ਸੀ ਜੀ ਰੈਕਟੈਂਗਲ ਦੇ ਜਿਹੜੇ ਇਹ ਵਿਕਰਨ ਹੁੰਦੇ ਹੈ ਜਾਂ ਡਾਇਗਨਲਸ ਹੁੰਦੇ ਹੈ ਇਹ ਬਰਾਬਰ ਹੁੰਦੇ ਹਨ। ਤਾਂ ਰੈਕਟੈਂਗਲ ਦੀ ਇਹ ਪ੍ਰੋਪਰਟੀ ਹੈ ਵੀ ਜੋ ਰੈਕਟੈਂਗਲ ਹੈ ਜਾਂ ਆਇਤ ਹੈ ਇਸ ਦੇ ਵਿਕਰਨ ਡਾਇਗਨਲਸ ਇਹ ਬਰਾਬਰ ਹੁੰਦੇ ਹਨ। ਤਾਂ ਇਹਦਾ ਆਨਸਰ ਹੋਏਗਾ ਸਹੀ। ਇਹਦਾ ਆਨਸਰ ਜੋ ਹੈ ਉਹ ਸਹੀ ਹੈ। ਹਾਂਜੀ, ਸੈਕਿੰਡ ਹੈ ਬਿੰਦੂ L -90 y ਧੁਰੇ ਤੇ ਸਥਿਤ ਹੈ। ਦੇਖੋ ਇਹਨਾਂ ਨੇ ਸਾਨੂੰ ਜੋ ਹੈ ਜੋ ਪੁਆਇੰਟ ਦਿੱਤਾ ਹੈ ਇਸ ਪੁਆਇੰਟ ਨੂੰ ਜ਼ਰਾ ਨੋਟ ਡਾਊਨ ਕਰੋ। -9,0 -9,0 ਜਿਹੜਾ 0 ਹੈ ਨਾ, ਤੁਹਾਨੂੰ ਪਤਾ ਹੋਏਗਾ ਵੀ ਜਿਵੇਂ ਸਾਨੂੰ ਇਹ ਪੁਆਇੰਟ ਦਿੱਤਾ ਗਿਆ ਹੈ -9 ਤੇ 0, ਜਿਹੜਾ ਪਹਿਲੇ ਵਾਲਾ ਹੁੰਦਾ ਹੈ ਉਹ x ਕੋਆਰਡੀਨੇਟ ਨੂੰ ਰਿਪਰੈਜ਼ੈਂਟ ਕਰਦਾ ਹੈ, ਤੇ ਜਿਹੜਾ ਦੂਜੇ ਵਾਲਾ ਨੰਬਰ ਹੁੰਦਾ ਹੈ ਉਹ y ਕੋਆਰਡੀਨੇਟ ਨੂੰ ਰਿਪਰੈਜ਼ੈਂਟ ਕਰਦਾ ਹੈ। ਵੀ x ਜੋ ਐਕਸਿਸ ਹੈ ਉਹਦੇ ਉੱਤੇ x ਐਕਸਿਸ ਕਹਿ ਲਈਏ ਜਾਂ x ਧੁਰਾ ਕਹਿ ਲਈਏ, ਉਸ 'ਤੇ ਜੋ ਨੰਬਰ ਆ ਰਿਹਾ ਹੁੰਦਾ ਹੈ ਉਸਨੂੰ ਅਸੀਂ ਮਤਲਬ ਇਹ -9 ਜਿਵੇਂ ਇਸ ਪੁਆਇੰਟ ਦੇ ਅਕੋਰਡਿੰਗ ਕਹਿ ਸਕਦੇ ਹਾਂ। ਤੇ ਇੱਥੇ ਨਾ ਇੱਕ ਗੱਲ ਨੋਟਿਸ ਕਰਨ ਵਾਲੀ ਹੈ, ਉਹਨਾਂ ਨੇ ਕਿਹਾ ਹੈ ਬਿੰਦੂ L -9,0 y ਧੁਰੇ ਤੇ ਸਥਿਤ ਹੈ। ਅਗਰ ਕੋਈ ਵੀ ਬਿੰਦੂ ਜਾਂ ਕੋਈ ਪੁਆਇੰਟ ਅਗਰ ਉਹ y ਧੁਰੇ ਤੇ ਸਥਿਤ ਹੁੰਦਾ ਤਾਂ ਕਦੇ ਵੀ ਉਸਦਾ ਜੋ ਕੋਆਰਡੀਨੇਟ ਹੈ y ਵਾਲਾ ਉਹ 0 ਨਹੀਂ ਹੋਣਾ ਸੀ। ਉਹ 0 ਸਿਰਫ ਤਾਂ ਹੀ ਹੋ ਸਕਦਾ ਹੈ ਅਗਰ ਓਰੀਜਨ ਤੇ ਹੋਏ, ਠੀਕ ਹੈ। y ਤਾਂ ਹੀ 0 ਹੋ ਸਕਦਾ ਹੈ। ਪਰ ਅਗਰ ਕੋਈ ਵੀ ਪੁਆਇੰਟ ਅਗਰ ਉਹ y ਧੁਰੇ ਤੇ ਹੁੰਦਾ ਤਾਂ ਜੋ ਉਸਦਾ y ਵਾਲਾ ਜੋ ਕੋਆਰਡੀਨੇਟ ਹੈ, ਜਿਵੇਂ ਕਿ ਇੱਥੇ -9,0 ਦੇ ਵਿੱਚ 0 ਜੋ ਹੈ ਉਹ y ਵਾਲਾ ਜੋ ਹੈ ਨੰਬਰ ਹੈ y ਕੋਆਰਡੀਨੇਟ ਹੈ। ਤਾਂ ਅਗਰ y ਕੋਆਰਡੀਨੇਟ 0 ਆ ਰਿਹਾ ਹੈ ਇਟ ਮੀਨਸ ਕਿ ਉਹ ਨੰਬਰ y ਧੁਰੇ ਤੇ ਨਹੀਂ, y ਐਕਸਿਸ ਤੇ ਨਹੀਂ, ਉਹ x ਐਕਸਿਸ ਤੇ ਹੈ, x ਧੁਰੇ ਤੇ ਹੈ। ਕਿਉਂਕਿ ਜੋ y ਦੀ ਵੈਲਿਊਜ਼ ਨੇ ਉਹ x ਧੁਰੇ ਤੇ x ਐਕਸਿਸ ਤੇ ਹੀ ਜੋ ਹੈ ਉਹ 0 ਹੁੰਦੀਆਂ ਨੇ। ਤਾਂ ਇਹਦਾ ਸਾਡਾ ਆਨਸਰ ਹੋਏਗਾ ਗਲਤ, ਕਿਉਂਕਿ ਇਹਨਾਂ ਨੇ ਸਾਨੂੰ ਕਿਹਾ ਸੀ ਬਿੰਦੂ L -9,0 y ਧੁਰੇ ਤੇ ਸਥਿਤ ਹੈ। ਤਾਂ ਅਸੀਂ ਆਨਸਰ ਦੇਵਾਂਗੇ ਇਹ ਗਲਤ ਹੈ, ਕਿਉਂਕਿ ਇਹਦਾ y ਕੋਆਰਡੀਨੇਟ 0 ਆ ਰਿਹਾ ਹੈ ਤੇ y ਧੁਰੇ ਤੇ ਕਦੀ ਵੀ y ਕੋਆਰਡੀਨੇਟ 0 ਨਹੀਂ ਆਉਂਦਾ ਹੁੰਦਾ। ਹਾਂਜੀ, ਅਗਲਾ ਥਰਡ ਕੁਐਸਚਨ ਹੈ ਜੀ 1 2 3 4 5 6। ਇਹ ਜੋ ਸੰਖਿਆ ਹੈ ਇਹ 9 ਦਾ ਇੱਕ ਗੁਣਜ ਹੈ। ਗੁਣਜ ਨੂੰ ਅਸੀਂ ਮਲਟੀਪਲ ਵੀ ਕਹਿ ਸਕਦੇ ਹਾਂ। ਤੇ ਇਹਦੇ ਵਾਸਤੇ ਅਸੀਂ ਚੈੱਕ ਕਿਵੇਂ ਕਰਨਾ ਹੁੰਦਾ ਹੈ, ਦੇਖੋ ਜੋ ਸਾਨੂੰ ਇਹ ਸੰਖਿਆ ਦਿੱਤੀ ਗਈ ਹੈ ਨਾ, ਜਿਵੇਂ 1 2 3 4 5 6 ਹੈ, ਇਹਨਾਂ ਨੂੰ ਐਡ ਕਰ ਦਿਓ। 1 ਜਮਾ 2 ਕਰਾਂਗੇ ਤਾਂ 3 ਹੋਊਗਾ, 3 ਜਮਾ 3 ਕਰਾਂਗੇ 6, ਤਾਂ 6 ਜਮਾ 4 10, 10 ਜਮਾ 5 15, 15 ਜਮਾ 6 21। ਹੁਣ ਇਹ ਜੋ ਇਹਨਾਂ ਦਾ ਜੋੜਫਲ ਕਰਕੇ ਜਾਂ ਜੋ ਸਮ ਕਰਕੇ ਜੋ ਨੰਬਰ ਆਇਆ ਹੈ ਸਾਡੇ ਕੋਲ 21 ਜਾਂ 21, ਅਗਰ ਅਸੀਂ ਇਸ ਨੂੰ 9 ਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਕੀ 9 21 ਨੂੰ ਡਿਵਾਈਡ ਕਰ ਸਕਦਾ ਹੈ? ਨਹੀਂ, ਕਿਉਂਕਿ 9 ਦੇ ਟੇਬਲ 'ਤੇ 21 ਆਉਂਦਾ ਹੀ ਨਹੀਂ ਹੈ। 9 2s 18 ਹੁੰਦਾ ਹੈ, 9 3s 27 ਹੁੰਦਾ ਹੈ। ਤਾਂ ਇਹਨਾਂ ਦਾ ਕੁਐਸਚਨ ਇਹ ਸੀ ਵੀ 1 2 3 4 5 6 ਇਹ ਜੋ ਸੰਖਿਆ ਹੈ 9 ਦਾ ਇੱਕ ਗੁਣਜ ਹੈ। ਅਗਰ ਇਹਨਾਂ ਦਾ ਜੋ ਸਮ ਹੈ ਜੋ ਕਿ 21 ਆ ਰਿਹਾ ਹੈ ਉਹ 9 ਤੋਂ ਡਿਵਾਈਡ ਨਹੀਂ ਹੋ ਰਿਹਾ ਤਾਂ ਫਿਰ ਅਸੀਂ ਨਹੀਂ ਕਹਿ ਸਕਦੇ ਵੀ ਇਹ 9 ਦਾ ਗੁਣਜ ਹੋਏਗਾ। ਤਾਂ
ਸਾਡਾ ਜੋ ਹੈ ਆਨਸਰ ਉਹ ਜੋ ਹੈ ਗਲਤ ਹੋਏਗਾ ਵੀ 1 2 3 4 5 ਸੰਖਿਆ 4 5 6 ਸੰਖਿਆ 9 ਦਾ यानी कि 9 ਦਾ ਇੱਕ ਗੁਣਜ ਇਹ ਕਹਿ ਰਹੇ हैं ਵੀ ਇੱਕ ਗੁਣਜ ਹੈ ਪਰ ਇਹ ਜੋ ਹੈ ਗਲਤ ਹੈ ਠੀਕ ਹੈ ਕਿਉਂਕਿ 21 ਜੋ ਹੈ ਉਹ 9 ਨਾਲ ਭਾਗ ਨਹੀਂ ਹੁੰਦਾ 21 ਜੋ ਹੈ ਉਹ 9 ਨਾਲ ਡਿਵਾਈਡ 9 ਦੇ ਨਾਲ ਡਿਵਾਈਡ ਨਹੀਂ ਹੁੰਦਾ। ਹਾਂਜੀ ਫੋਰਥ ਹੈ ਜੀ ਕਿਸੇ ਗੋਲ ਨਕਸ਼ਾ ਪਾਈ ਚਾਰਟ ਵਿੱਚ ਕੁੱਲ ਕੇਂਦਰੀ ਕੋਣ 360 ਡਿਗਰੀ ਹੁੰਦਾ ਹੈ। ਦੇਖੋ ਗੋਲ ਨਕਸ਼ੇ ਤੋਂ ਭਾਵ ਕੀ ਹੈ ਜੋ ਪਾਈ ਚਾਰਟ ਹੁੰਦਾ ਹੈ ਉਸ ਦੀ ਗੱਲ ਹੋ ਰਹੀ ਹੈ ਤਾਂ ਇਹਦਾ ਜੋ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੈ ਵੀ ਇਹਦੇ ਵਿੱਚ ਕੁੱਲ ਕੇਂਦਰੀ ਕੋਣ 360 ਡਿਗਰੀ ਹੁੰਦਾ ਹੈ ਤਾਂ ਬਿਲਕੁਲ ਸਹੀ ਹੈ। ਇੱਕ ਜੋ ਗੋਲਾ ਹੁੰਦਾ ਹੈ ਸਰਕਲ ਹੁੰਦਾ ਹੈ ਪਾਈ ਚਾਰਟ ਵਾਲਾ ਉਹਦਾ ਜੋ ਕੇਂਦਰੀ ਕੋਣ ਹੁੰਦਾ ਹੈ ਯਾਨੀ ਕਿ ਜੋ ਸੈਂਟਰ ਵਾਲਾ ਜੋ ਐਂਗਲ ਹੁੰਦਾ ਹੈ ਉਹ ਬਿਲਕੁਲ 360 ਡਿਗਰੀ ਦਾ ਹੁੰਦਾ ਹੈ ਤਾਂ ਇਹ ਜੋ ਹੈ ਸਹੀ ਹੈ। ਹਾਂਜੀ ਫਿਫਥ ਹੈ ਜੀ 2 ਰੇਜ਼ ਟੂ ਪਾਵਰ -3 ਦਾ ਮੁੱਲ -6 ਹੈ। ਹੁਣ ਇੱਥੇ ਕਈ ਬੱਚੇ ਕੀ ਕਰਨਗੇ ਇਸ ਦਾ ਜੋ ਆਨਸਰ ਹੈ ਉਹ ਜਲਦਬਾਜ਼ੀ ਦੇ ਵਿੱਚ ਜੋ ਹੈ ਉਹ ਸਹੀ ਲਿਖ ਕੇ ਆ ਜਾਣਗੇ। ਉਹ ਕਰਦੇ ਕੀ ਹੈ ਵੀ ਜਿਵੇਂ ਪਾਵਰ ਉੱਪਰ ਦਿੱਤੀ ਗਈ ਹੈ -3 ਤਾਂ ਇਹ ਜੋ 2 ਹੈ ਇਸ ਨੂੰ -3 ਨਾਲ ਮਲਟੀਪਲਾਈ ਕਰਕੇ -6 ਜੋ ਹੈ ਆਨਸਰ ਲਿਖਾਉਂਦੇ ਹੈ ਜੋ ਕਿ ਬਿਲਕੁਲ ਹੀ ਗਲਤ ਹੈ। ਇਹ ਬਿਲਕੁਲ ਰੋਂਗ ਮੈਥਡ ਹੈ ਠੀਕ ਹੈ। ਇਹ ਮੈਂ ਕਈ ਐਗਜ਼ਾਮਸ ਚੈੱਕ ਕੀਤੇ हैं ਤਾਂ ਬੱਚੇ ਇੱਦਾਂ ਹੀ ਕਰਦੇ हैं ਪਰ ਅਸੀਂ ਇਸ ਨੂੰ ਕਰਨਾ ਕਿਵੇਂ ਹੁੰਦਾ ਹੈ ਦੇਖੋ ਜਿਵੇਂ ਸਾਨੂੰ ਗਿਵਨ ਹੈ ਵੀ 2 ਰੇਜ਼ ਟੂ ਪਾਵਰ -3 ਤੇ ਅਗਰ ਪਾਵਰ ਦੇ ਵਿੱਚ ਸਾਨੂੰ ਜੋ ਹੈ ਕੋਈ ਨੰਬਰ ਮਾਈਨਸ ਦੇ ਵਿੱਚ ਦਿੱਤਾ ਹੋਏ ਤਾਂ ਅਸੀਂ ਕੀ ਕਰਨਾ ਹੁੰਦਾ ਹੈ ਵੀ ਜੋ ਸਾਨੂੰ ਬੇਸ ਦਿੱਤਾ ਹੁੰਦਾ ਹੈ ਨਾ ਉਸ ਨੂੰ ਅਸੀਂ ਥੱਲੇ ਲੈ ਕੇ ਜਾਣਾ ਹੁੰਦਾ ਹੈ ਡਿਨੋਮੀਨੇਟਰ ਦੇ ਵਿੱਚ। ਇਹ ਅਸੀਂ ਕਿਉਂ ਕਰਦੇ ਹਾਂ ਕਿਉਂਕਿ ਇੱਦਾਂ ਕਰਨ ਨਾਲ ਜੋ ਹੈ ਜੋ ਇਹ ਮਾਈਨਸ ਦੀ ਪਾਵਰ ਸੀ ਮਾਈਨਸ ਦਾ 3 ਸੀ ਇਹ ਪਲੱਸ ਦਾ 3 ਬਣ ਜਾਂਦਾ ਹੈ। ਆਈ ਹੋਪ ਕਿ ਤੁਹਾਨੂੰ ਜੋ ਰਿਲੇਸ਼ਨ ਹੁੰਦਾ ਹੈ ਜਾਂ ਇੱਕ ਫਾਰਮੂਲਾ ਕਹਿ ਸਕਦੇ ਹਾਂ ਇੱਕ ਪ੍ਰੋਪਰਟੀ ਵੀ ਹੁੰਦੀ ਹੈ ਉਹ ਤੁਸੀਂ ਪੜ੍ਹੀ ਹੋਣੀ ਹੈ ਵੀ a ਰੇਜ਼ ਟੂ ਪਾਵਰ -m ਇਸ ਨੂੰ ਅਸੀਂ ਲਿਖਦੇ ਹੁੰਦੇ ਹਾਂ 1/a ਰੇਜ਼ ਟੂ ਪਾਵਰ +m। ਇਸ 'ਚ ਹੁੰਦਾ ਕੀ ਹੈ ਕਿ -m ਜੋ ਹੈ ਉਹ ਅਗਰ ਪਾਵਰ ਮਾਈਨਸ ਦੇ ਵਿੱਚ ਹੈ ਤਾਂ ਉਸ ਨੂੰ ਅਗਰ ਪੋਜ਼ੀਟਿਵ ਦੇ ਵਿੱਚ ਯਾਨੀ ਕਿ ਪਲੱਸ ਦੇ ਵਿੱਚ ਅਗਰ ਅਸੀਂ ਕਨਵਰਟ ਕਰਨਾ ਹੈ ਤਾਂ ਡਿਨੋਮੀਨੇਟਰ ਦੇ ਵਿੱਚ ਲਿਜਾ ਕੇ ਜੋ ਹੈ ਕਰ ਸਕਦੇ ਹਾਂ। ਇਹ ਤੁਸੀਂ ਦੇਖ ਸਕਦੇ ਹੋ a ਰੇਜ਼ ਟੂ ਪਾਵਰ -m ਇਕੁਅਲ ਹੁੰਦਾ ਹੈ 1/a ਰੇਜ਼ ਟੂ ਪਾਵਰ +m ਦੇ। ਇਹੀ ਚੀਜ਼ ਮੈਂ ਇੱਥੇ ਯੂਜ਼ ਕੀਤੀ ਹੈ। ਇੱਥੇ a ਦੀ ਜਗ੍ਹਾ ਤੇ ਸਾਡੇ ਕੋਲ 2 ਹੈ ਤੇ -m ਦੀ ਥਾਂ ਤੇ ਸਾਡੇ ਕੋਲ ਜੋ ਹੈ ਇੱਥੇ -3 ਹੈ ਠੀਕ ਹੈ। -3 ਨੂੰ ਅਸੀਂ ਥੱਲੇ ਲੈ ਕੇ ਗਏ ਹਾਂ ਡਿਨੋਮੀਨੇਟਰ ਦੇ ਵਿੱਚ ਤਾਂ ਉਹ ਪਲੱਸ ਦਾ 3 ਹੋ ਗਿਆ ਹੈ। ਹੁਣ ਜੋ ਇਹ 1/2 ਰੇਜ਼ ਟੂ ਪਾਵਰ +3 ਹੈ ਹੁਣ ਇਸ ਨੂੰ ਅੱਗੇ ਅਸੀਂ ਸੋਲਵ ਕਿਵੇਂ ਕਰਾਂਗੇ ਜਿੰਨੀ ਇਹ ਪਾਵਰ ਹੈ ਜਿਵੇਂ ਪਾਵਰ ਦੇ ਵਿੱਚ ਪਲੱਸ ਦੇ 3 ਹੈ ਤਾਂ ਉਨੀ ਵਾਰ ਇਹ ਜੋ 2 ਹੈ ਇਹ ਮਲਟੀਪਲਾਈ ਹੋਊਗਾ 1/2 1/2 ਤੇ 1/2। ਇਹ ਜਿਵੇਂ ਪਾਵਰ ਦੇ ਵਿੱਚ 3 ਸੀ ਤਾਂ ਅਸੀਂ ਇਸ 2 ਨੂੰ 3 ਟਾਈਮਸ ਮਲਟੀਪਲਾਈ ਕਰਾਂਗੇ ਠੀਕ ਹੈ ਪਰ ਕਰਨਾ ਅਸੀਂ ਡਿਨੋਮੀਨੇਟਰ ਦੇ ਵਿੱਚ ਹੈ ਯਾਨੀ ਕਿ ਜੋ ਥੱਲੇ ਵਾਲਾ ਜੋ ਜਿਸ ਨੂੰ ਕਿ ਪੰਜਾਬੀ ਦੇ ਵਿੱਚ ਤੁਸੀਂ ਹਰ ਵੀ ਕਹਿੰਦੇ ਹੋ ਠੀਕ ਹੈ। ਨਿਊਮਰੇਟਰ ਨੂੰ ਪੰਜਾਬੀ ਦੇ ਵਿੱਚ ਅੰਸ਼ ਕਿਹਾ ਜਾਂਦਾ ਹੈ ਤੇ ਡਿਨੋਮੀਨੇਟਰ ਨੂੰ ਪੰਜਾਬੀ ਦੇ ਵਿੱਚ ਹਰ ਕਿਹਾ ਜਾਂਦਾ ਹੈ ਤਾਂ ਜੋ ਇਹ 2 ਹੈ ਯਾਨੀ ਕਿ 2 ਹੈ ਇਸ ਨੂੰ ਅਸੀਂ ਰੱਖਣਾ ਜੋ ਹੈ ਉਹ ਡਿਨੋਮੀਨੇਟਰ ਦੇ ਵਿੱਚ ਹੀ ਹੈ ਹਰ ਦੇ ਵਿੱਚ ਹੀ ਰੱਖਣਾ ਹੈ। ਹਾਂਜੀ ਇੱਥੇ ਅਸੀਂ ਨਿਊਮਰੇਟਰਸ ਨੂੰ ਮਲਟੀਪਲਾਈ ਕਰਾਂਗੇ ਤਾਂ 1 ਨੂੰ 1 ਨਾਲ ਕਰਾਂਗੇ 1 ਹੀ ਰਹੂਗਾ ਤੇ ਫਿਰ 1 ਨਾਲ ਕਰਾਂਗੇ 1 ਹੀ ਰਹੂਗਾ। ਥੱਲੇ ਜੋ ਹੈ ਜੋ 2 ਹੈ ਇਸ ਨੂੰ 3 ਟਾਈਮਸ ਮਤਲਬ ਮਲਟੀਪਲਾਈ ਕਰਨਾ ਹੈ 2 2 ज़ा 4 ਹੋ ਗਿਆ 4 2 ज़ा 8 ਹੋ ਗਿਆ ਤਾਂ ਸਾਡਾ ਆਨਸਰ ਆਇਆ ਹੈ 1/8। ਇਹ ਸਾਡਾ ਰਾਈਟ ਆਨਸਰ ਹੈ ਨਾ ਕਿ -6। ਆਈ ਹੋਪ ਕਿ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਹੈ। ਹਾਂਜੀ 6th ਕੁਐਸਚਨ ਇਹ ਹੈ ਇੱਕ ਵੇਲਣ ਜਿਸ ਦੀ ਉਚਾਈ ਅਤੇ ਅਰਧ ਵਿਆਸ ਹਰੇਕ 1 ਸੈਂਟੀਮੀਟਰ ਹੈ ਦੀ ਕੁੱਲ ਸਤਹ ਦਾ ਖੇਤਰਫਲ 4 ਪਾਈ ਸੈਂਟੀਮੀਟਰ ਸਕੁਅਰ ਹੈ। ਵੇਲਣ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹਾਂ ਸਿਲੰਡਰ ਕਹਿੰਦੇ ਹਾਂ। ਇਹ ਕੁਝ ਇਹ ਥੱਲੇ ਤੋਂ ਜੋ ਹੈ ਰਾਊਂਡ ਹੁੰਦਾ ਹੈ। ਹਾਂਜੀ ਇਹ ਥੋੜਾ ਜਿਹਾ ਅੰਦਾਜ਼ਾ ਲੈ ਸਕਦੇ ਹੋ ਤੁਸੀਂ ਐਗਜ਼ੈਕਟਲੀ ਤਾਂ ਨਹੀਂ ਬਣਿਆ ਹੈ। ਵੇਲਨ ਤੇ ਸਿਲੰਡਰ ਜੋ ਹੈ ਦੋਵੇਂ ਸੇਮ ਹੀ ਹੁੰਦੇ ਨੇ। ਇਹਨਾਂ ਨੇ ਸਾਨੂੰ ਕਿਹਾ ਹੈ ਵੀ ਇਸ ਦੀ ਉਚਾਈ ਯਾਨੀ ਕਿ ਸਾਨੂੰ ਜੋ ਹੈ h ਦੀ ਵੈਲਿਊ ਹਾਈਟ ਦੀ ਵੈਲਿਊ ਦਿੱਤੀ ਹੋਈ ਹੈ 1 ਸੈਂਟੀਮੀਟਰ ਠੀਕ ਹੈ। ਤੇ ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਕਿਹਾ ਹੈ ਅਰਧ ਵਿਆਸ ਕੀ ਹੁੰਦਾ ਹੈ ਰੇਡੀਅਸ।
ਉਚਾਈ ਤੁਹਾਨੂੰ ਪਤਾ ਹੀ ਹੈ, ਹਾਈਟ ਨੂੰ ਅਸੀਂ ਕਹਿੰਦੇ ਹਾਂ, ਤੇ ਅਰਧ ਵਿਆਸ ਜੋ ਹੈ ਉਹ ਰੇਡੀਅਸ ਹੋ ਗਿਆ। ਹਾਂਜੀ, ਹੁਣ ਇਹਨਾਂ ਨੇ ਸਾਨੂੰ ਕੁੱਲ ਸਤਹ ਦਾ ਖੇਤਰਫਲ ਕਿਹਾ ਸੀ। ਕੁੱਲ ਸਤਹ ਦਾ ਖੇਤਰਫਲ ਤੋਂ ਭਾਵ ਕੀ ਹੈ, ਸਾਨੂੰ ਜੋ ਸਿਲੰਡਰ ਦਾ ਜਾਂ ਵੇਲਨ ਦਾ ਜੋ ਟੋਟਲ ਸਰਫੇਸ ਏਰੀਆ ਹੁੰਦਾ ਹੈ ਉਸ ਦਾ ਫਾਰਮੂਲਾ ਅਪਲਾਈ ਕਰਨਾ ਹੈ। ਹੁਣ ਇਹਦਾ ਫਾਰਮੂਲਾ ਹੁੰਦਾ ਕੀ ਹੈ, ਇਹਦਾ ਫਾਰਮੂਲਾ ਹੁੰਦਾ ਹੈ 2πr ਬ੍ਰੈਕਟ ਦੇ ਵਿੱਚ r+h। ਤਾਂ ਅਸੀਂ ਇੱਥੇ ਅਪਲਾਈ ਕਰਦੇ ਹਾਂ ਜੀ। ਹਾਂਜੀ, ਸਭ ਤੋਂ ਪਹਿਲਾਂ ਜੋ ਕੁੱਲ ਕੀ ਹੈ, ਕੁੱਲ ਸਤਹ ਦਾ ਖੇਤਰਫਲ, ਇਹਦਾ ਜੋ ਫਾਰਮੂਲਾ ਹੈ ਯਾਨੀ ਕਿ ਟੋਟਲ ਸਰਫੇਸ ਏਰੀਆ ਆਫ ਸਿਲੰਡਰ, ਉਹ ਅਸੀਂ ਲਿਖ ਦਿੰਦੇ ਹਾਂ। ਇਹ ਹੈ, ਤੁਸੀਂ ਦੇਖ ਸਕਦੇ ਹੋ 2πr ਤੇ ਬ੍ਰੈਕਟ ਦੇ ਵਿੱਚ ਹੈ r+h। ਹਾਂਜੀ, ਤੇ ਇਹ ਵਾਲਾ 2 ਐਜ਼ ਇਟ ਇਜ਼, ਇਹ ਵਾਲਾ ਪਾਈ ਐਜ਼ ਇਟ ਇਜ਼। ਰੇਡੀਅਸ ਯਾਨੀ ਕਿ ਅਰਧ ਵਿਆਸ ਸਾਨੂੰ ਗਿਵਨ ਹੈ 1 ਸੈਂਟੀਮੀਟਰ, ਤਾਂ ਉਸ ਨੂੰ 1 ਰੱਖ ਦਿੰਦੇ ਹਾਂ। ਰੇਡੀਅਸ ਸਾਨੂੰ 1 ਗਿਵਨ ਹੈ ਤੇ ਜੋ ਹਾਈਟ ਹੈ ਉਹ ਵੀ 1 ਗਿਵਨ ਹੈ। ਹਾਂਜੀ, ਤੇ ਬਾਹਰ ਜੋ ਹੈ ਬ੍ਰੈਕਟ ਤੋਂ ਬਾਹਰ ਇਹ 2π ਹੈ, ਤੇ 1+1 ਇਹ ਜੋ ਹੈ 2 ਹੋ ਜਾਊਗਾ। ਹਾਂਜੀ, ਤੇ 2 ਨੂੰ 2 ਨਾਲ ਮਲਟੀਪਲਾਈ ਕਰਾਂਗੇ, ਸਾਨੂੰ ਮਿਲੂਗਾ 4, ਤੇ ਪਾਈ ਜੋ ਹੈ ਐਜ਼ ਇਟ ਇਜ਼। ਤੇ ਇੱਕ ਗੱਲ ਨੋਟਿਸ ਕਰ ਲੈਣਾ ਤੇ ਯਾਦ ਵੀ ਰੱਖਣੀ ਹੈ ਤੁਸੀਂ, ਵੀ ਜੋ ਖੇਤਰਫਲ ਹੁੰਦਾ ਹੈ ਜਿਸ ਨੂੰ ਕਿ ਅਸੀਂ ਇੰਗਲਿਸ਼ ਦੇ ਵਿੱਚ ਏਰੀਆ ਕਹਿੰਦੇ ਹਾਂ, ਏਰੀਆ ਦੇ ਜੋ ਯੂਨਿਟਸ ਨੇ, ਦੇਖੋ ਜਿਵੇਂ ਸਾਨੂੰ ਇਹਨਾਂ ਨੇ ਇੱਥੇ ਕਹਿ ਰੱਖਿਆ ਸੀ 1 ਸੈਂਟੀਮੀਟਰ, ਤਾਂ ਤੁਸੀਂ ਆਪਣੇ ਆਨਸਰ ਦੇ ਵਿੱਚ ਹੁਣ 4π ਆਇਆ ਹੈ, 4π ਦੇ ਨਾਲ ਕੱਲਾ ਸੈਂਟੀਮੀਟਰ ਨਹੀਂ ਲਿਖ ਕੇ ਆਉਣਾ। ਏਰੀਆ ਦੇ ਖੇਤਰਫਲ ਦੇ ਜੋ ਯੂਨਿਟਸ ਹੁੰਦੇ ਹੈ ਉਹ ਹੁੰਦੇ ਹੈ, ਜਿਵੇਂ ਇੱਥੇ ਸਾਨੂੰ ਸੈਂਟੀਮੀਟਰ ਦੇ ਰੱਖਿਆ ਤਾਂ ਅਸੀਂ ਲਿਖ ਕੇ ਆਵਾਂਗੇ ਸੈਂਟੀਮੀਟਰ ਸਕੁਏਅਰ। ਅਗਰ ਸਾਨੂੰ ਇਹਨਾਂ ਨੇ ਮੀਟਰ ਦੇ ਵਿੱਚ ਜਾਂ ਮਿਲੀਮੀਟਰ ਦੇ ਵਿੱਚ ਦੇ ਰੱਖੇ ਹੁੰਦੇ ਯੂਨਿਟਸ, ਤਾਂ ਫਿਰ ਅਸੀਂ ਮਿਲੀਮੀਟਰ ਸਕੁਏਅਰ ਜਾਂ ਮੀਟਰ ਸਕੁਏਅਰ ਲਿਖਣਾ ਸੀ। ਤਾਂ ਸਾਡਾ ਆਨਸਰ ਆਇਆ ਹੈ ਜੀ 4π ਸੈਂਟੀਮੀਟਰ ਸਕੁਏਅਰ। ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਸਾਨੂੰ ਕਿਹਾ ਸੀ ਇੱਕ ਵੇਲਨ ਜਿਸ ਦੀ ਉਚਾਈ ਅਤੇ ਅਰਧ ਵਿਆਸ ਹਰੇਕ 1 ਸੈਂਟੀਮੀਟਰ ਹੈ ਦੀ ਕੁੱਲ ਸਤਹ ਦਾ ਖੇਤਰਫਲ 4π ਸੈਂਟੀਮੀਟਰ ਸਕੁਏਅਰ। ਠੀਕ ਹੈ, ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਸੱਸਾ ਮੰਮਾ ਤੇ ਸਕੁਏਅਰ, ਠੀਕ ਹੈ, ਸੈਂਟੀਮੀਟਰ ਸਕੁਏਅਰ, ਤੇ ਮੈਂ ਜੋ ਹੈ ਇੰਗਲਿਸ਼ ਦੇ ਵਿੱਚ ਲਿਖਿਆ ਹੈ 4π ਸੈਂਟੀਮੀਟਰ ਸਕੁਏਅਰ ਹੈ। ਤਾਂ ਇਹ ਬਿਲਕੁਲ ਸਹੀ ਹੈ। ਠੀਕ ਹੈ, ਇੱਕ ਵੇਲਨ, ਇੱਕ ਸਿਲੰਡਰ ਜਿਹਦੀ ਉਚਾਈ ਯਾਨੀ ਕਿ ਹਾਈਟ ਤੇ ਅਰਧ ਵਿਆਸ ਯਾਨੀ ਕਿ ਰੇਡੀਅਸ 1 ਸੈਂਟੀਮੀਟਰ ਨੇ, ਤਾਂ ਉਹਦਾ ਜੋ ਟੋਟਲ ਸਰਫੇਸ ਏਰੀਆ ਹੈ ਜਾਂ ਕੁੱਲ ਸਤਹ ਦਾ ਜੋ ਖੇਤਰਫਲ ਹੈ ਉਹ 4π ਸੈਂਟੀਮੀਟਰ ਸਕੁਏਅਰ ਹੀ ਹੋਊਗਾ। ਤਾਂ ਇਹ ਬਿਲਕੁਲ ਸਹੀ ਹੈ। ਹਾਂਜੀ, ਨੈਕਸਟ ਹੈ ਜੀ, ਕਿਸੇ ਸੌਫਟ ਡਰਿੰਕ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ 6 ਘੰਟੇ ਵਿੱਚ ਭਰਦੀ ਹੈ। ਉਹ ਮਸ਼ੀਨ 5 ਘੰਟੇ ਵਿੱਚ ਕਿੰਨੀਆਂ ਬੋਤਲਾਂ ਭਰੇਗੀ? ਇਹ ਪ੍ਰਸ਼ਨ ਇੱਕ ਸਿੱਧੇ ਅਨੁਪਾਤ ਦੀ ਉਦਾਹਰਣ ਹੈ। ਦੇਖੋ, ਇਸ ਨੂੰ ਅਸੀਂ ਸੋਲਵ ਕਰਕੇ ਨਹੀਂ ਵੇਖਣਾ ਹੈ, ਬਸ ਇਹ ਦੱਸਣਾ ਹੈ ਅਸੀਂ ਵੀ ਇਹ ਸਿੱਧਾ ਅਨੁਪਾਤ ਹੈ ਜਾਂ ਨਹੀਂ ਹੈ। ਠੀਕ ਹੈ, ਸਿੱਧਾ ਅਨੁਪਾਤ ਕੀ ਹੁੰਦਾ ਹੈ, ਇਸ ਨੂੰ ਇੰਗਲਿਸ਼ ਦੇ ਵਿੱਚ ਅਸੀਂ ਡਾਇਰੈਕਟ ਪ੍ਰਪੋਰਸ਼ਨ ਕਹਿੰਦੇ ਹਾਂ। ਤੇ ਇੱਕ ਜੋ ਹੈ ਇਸ ਤੋਂ ਜਿਹੜਾ ਓਪੋਜ਼ਿਟ ਹੁੰਦਾ ਹੈ ਉਸ ਨੂੰ ਅਸੀਂ ਉਲਟਾ ਅਨੁਪਾਤ ਕਹਿੰਦੇ ਹਾਂ, ਅਤੇ ਉਸ ਨੂੰ ਇੰਗਲਿਸ਼ ਦੇ ਵਿੱਚ ਇਨਵਰਸ ਪ੍ਰਪੋਰਸ਼ਨ ਕਿਹਾ ਜਾਂਦਾ ਹੈ। ਦੇਖੋ, ਜੋ ਇਹ ਸਿੱਧਾ ਅਨੁਪਾਤ ਹੁੰਦਾ ਹੈ ਉਹ ਅਸੀਂ ਕਦੋਂ ਜੋ ਹੈ ਮਤਲਬ ਕਹਿ ਸਕਦੇ ਹੁੰਦੇ ਹਾਂ, ਜ਼ਰਾ ਧਿਆਨ ਨਾਲ ਸਟੇਟਮੈਂਟ ਨੂੰ ਰੀਡ ਕਰਨਾ। ਕਿਸੇ ਸੌਫਟ ਡਰਿੰਕ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ 6 ਘੰਟੇ ਵਿੱਚ ਭਰਦੀ ਹੈ। ਠੀਕ ਹੈ, ਵੀ 840 ਬੋਤਲਾਂ ਭਰੀ ਜਾ ਰਹੀਆਂ ਨੇ 6 ਘੰਟੇ ਦੇ ਵਿੱਚ। ਉਸ ਤੋਂ ਬਾਅਦ ਕੀ ਕਹਿ ਰਹੇ ਹੈ, ਉਹ ਮਸ਼ੀਨ 5 ਘੰਟੇ ਵਿੱਚ ਕਿੰਨੀਆਂ ਬੋਤਲਾਂ ਭਰੇਗੀ? ਦੇਖੋ, ਅਗਰ 6 ਘੰਟੇ ਚੱਲ ਰਹੀ ਹੈ ਤਾਂ 840 ਬੋਤਲਾਂ ਭਰ ਰਹੀ ਹੈ। ਜੇ 5 ਘੰਟੇ ਚੱਲੂਗੀ ਤਾਂ ਇਹ ਓਬਵੀਅਸ ਜੀ ਗੱਲ ਹੈ ਵੀ ਉਹ ਘੱਟ ਹੀ ਬੋਤਲਾਂ ਭਰ ਪਾਊਗੀ। ਠੀਕ ਹੈ, ਕਿਉਂਕਿ 6 ਘੰਟੇ ਚੱਲ ਰਹੀ ਹੈ ਤਾਂ 840 ਬੋਤਲਾਂ ਭਰ ਰਹੀ ਹੈ, ਅਤੇ ਅਗਰ ਅਸੀਂ 1 ਘੰਟਾ ਘੱਟ ਕਰ ਦਾਂਗੇ ਯਾਨੀ ਕਿ ਡਿਕਰੀਜ਼ ਕਰਾਂਗੇ ਤਾਂ ਫਿਰ ਉਨੀਆਂ ਹੀ ਜੋ ਹੈ ਉਹ ਬੋਤਲਾਂ ਜੋ ਹੈ ਉਹ ਘੱਟ ਭਰੇਗੀ। ਠੀਕ ਹੈ, ਤਾਂ ਅਸੀਂ ਇਸ ਨੂੰ ਲਿਖਾਂਗੇ ਵੀ ਇਹ ਜੋ ਹੈ ਸਿੱਧੇ ਅਨੁਪਾਤ ਦਾ ਉਦਾਹਰਣ ਹੈ। ਇਸ ਨੂੰ ਅਸੀਂ ਸਹੀ ਲਿਖਾਂਗੇ। ਠੀਕ ਹੈ, ਰੀਜ਼ਨ ਉਹਦਾ ਕੀ ਹੈ ਵੀ ਦੇਖੋ, ਸਿੱਧਾ ਅਨੁਪਾਤ ਅਸੀਂ ਕਦੋਂ ਕਹਿੰਦੇ ਹੁੰਦੇ ਹਾਂ ਵੀ ਕਿਸੇ ਚੀਜ਼ ਦੇ ਵਧਣ ਦੇ ਨਾਲ ਅਗਰ ਦੂਜੀ ਚੀਜ਼ ਵੀ ਵੱਧਦੀ ਹੈ ਤਾਂ ਔਰ ਕਿਸੇ ਚੀਜ਼ ਦੇ ਘਟਣ ਦੇ ਨਾਲ ਦੂਜੀ ਚੀਜ਼ ਵੀ ਘਟਦੀ ਹੈ, ਤਾਂ ਇਸ ਨੂੰ ਅਸੀਂ ਸਿੱਧਾ ਅਨੁਪਾਤ ਕਹਿੰਦੇ ਹੁੰਦੇ ਹਾਂ। ਜਿਵੇਂ ਇੱਥੇ ਅਸੀਂ ਘੰਟੇ ਵਧਾਉਂਦੇ ਹਾਂ ਤਾਂ ਜੋ ਬੋਤਲਾਂ ਭਰਨ ਮਤਲਬ ਜੋ ਬੋਤਲਾਂ ਭਰਦੀਆਂ ਪਈਆਂ ਹੈ ਉਹ ਵੀ ਵੱਧ ਜਾਣਗੀਆਂ। ਜੇ ਅਗਰ ਅਸੀਂ ਘੰਟੇ ਘਟਾਉਂਦੇ ਹਾਂ, ਸਮਾਂ ਘਟਾਉਂਦੇ ਹਾਂ, ਤਾਂ ਜੋ ਬੋਤਲਾਂ ਜੋ ਭਰਦੀਆਂ ਪਈਆਂ ਨੇ ਜਾਂ ਜੋ ਮਸ਼ੀਨ ਜੋ ਬੋਤਲਾਂ ਭਰ ਰਹੀ ਹੈ, ਠੀਕ ਹੈ, ਤਾਂ ਉਹ ਜੋ ਹੈ ਘੱਟ ਬੋਤਲਾਂ ਭਰੇਗੀ। ਤਾਂ ਸਿੱਧਾ ਅਨੁਪਾਤ ਅਸੀਂ ਇਸ ਨੂੰ ਕਹਿੰਦੇ ਹੁੰਦੇ ਹਾਂ ਵੀ ਅਗਰ ਕੋਈ ਚੀਜ਼ ਅਗਰ ਵੱਧ ਰਹੀ ਹੈ ਤਾਂ ਦੂਜੀ ਚੀਜ਼ ਵੀ ਵਧੇ, ਅਗਰ ਕੋਈ ਚੀਜ਼ ਘਟ ਰਹੀ ਹੈ ਤਾਂ ਦੂਜੀ ਚੀਜ਼ ਵੀ ਘਟੇ। ਇਸ ਨੂੰ ਅਸੀਂ ਸਿੱਧਾ ਅਨੁਪਾਤ ਕਹਿੰਦੇ ਹਾਂ, ਅਤੇ ਸਾਡਾ ਆਨਸਰ ਹੋਊਗਾ ਸਹੀ। ਇਹ ਪ੍ਰਸ਼ਨ ਇੱਕ ਸਿੱਧੇ ਅਨੁਪਾਤ ਦੀ ਉਦਾਹਰਣ ਹੈ, ਸਹੀ ਹੈ।
ਹਾਂਜੀ 8th ਹੈ ਜੀ, ਜੇਕਰ ਕਿਸੇ ਵਰਗ ਦੀ ਇੱਕ ਭੁਜਾ ਪਤਾ ਹੈ ਤਾਂ ਇਸ ਵਰਗ ਦੀ ਰਚਨਾ ਕੀਤੀ ਜਾ ਸਕਦੀ ਹੈ, ਸਹੀ ਜਾਂ ਗਲਤ। ਦੇਖੋ ਵਰਗ ਅਸੀਂ ਕਿਸ ਨੂੰ ਕਹਿੰਦੇ ਹਾਂ, ਸਕੁਅਰ ਨੂੰ ਕਹਿੰਦੇ ਹਾਂ। ਤੇ ਸਕੁਅਰ ਦੇ ਵਿੱਚ ਮੈਂ ਤੁਹਾਨੂੰ ਡਰਾ ਕਰਕੇ ਦਿਖਾ ਦਿੰਦਾ ਹਾਂ। ਐਜ਼ਿਊਮ ਕਰ ਲਓ ਇਹਨਾਂ ਨੇ ਸਾਨੂੰ ਕਿਹਾ ਹੈ ਵੀ ਜੇਕਰ ਕਿਸੇ ਵਰਗ ਦੀ ਇੱਕ ਭੁਜਾ ਪਤਾ ਹੈ, ਵੀ ਸਾਨੂੰ ਮੰਨ ਲਓ ਵੀ ਇੱਕ ਸਕੁਅਰ ਦੀ ਜੋ ਹੈ ਇੱਕ ਸਾਈਡ ਜੋ ਹੈ ਸਾਨੂੰ ਦਿੱਤੀ ਹੋਈ ਹੈ 5 ਸੈਂਟੀਮੀਟਰ। ਤਾਂ ਇਸ ਨੂੰ ਅਸੀਂ ਕੁਝ ਇੱਦਾਂ ਡਰਾ ਕਰ ਲੈਂਦੇ ਹਾਂ। ਮੰਨ ਲਓ ਵੀ ਇਹ ਸਾਨੂੰ ਜੋ ਹੈ ਏ ਬੀ ਜੋ ਹੈ ਮਤਲਬ ਇੱਕ ਸਕੁਅਰ ਦੀ ਸਾਈਡ ਦਿੱਤੀ ਹੋਈ ਹੈ 5 ਸੈਂਟੀਮੀਟਰ। ਹਾਂਜੀ ਤੇ ਇਹ ਸਾਨੂੰ ਪਤਾ ਹੈ ਵੀ ਸਕੁਅਰ ਦੇ ਜੋ ਐਂਗਲਸ ਹੁੰਦੇ ਹੈ ਉਹ ਸਾਰੇ 90 ਡਿਗਰੀ ਹੁੰਦੇ ਹੈ, 90 ਡਿਗਰੀ ਹੁੰਦੇ ਹੈ। ਤਾਂ ਅਸੀਂ ਜੋ ਹੈ ਇਹ ਜੋ ਪੁਆਇੰਟ ਏ ਹੈ ਤੇ ਪੁਆਇੰਟ ਬੀ ਹੈ, ਇੱਥੇ ਜੋ ਹੈ 90 ਡਿਗਰੀ ਦੇ ਅਸੀਂ ਐਂਗਲਸ ਡਰਾ ਕਰ ਲਾਂਗੇ, ਠੀਕ ਹੈ। ਹਾਂਜੀ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ, ਆਪਣੀ ਕੰਪਾਸ ਨੂੰ ਇੱਦਾਂ ਖੋਲਾਂਗੇ ਵੀ ਪੁਆਇੰਟ ਏ ਤੇ ਅਸੀਂ ਰੱਖ ਕੇ ਇੱਕ ਜੋ ਹੈ ਆਰਕ ਅਸੀਂ ਜੋ ਹੈ 5 ਸੈਂਟੀਮੀਟਰ ਦੀ ਲਗਾਵਾਂਗੇ, ਤੇ ਇੱਦਾਂ ਹੀ ਜੋ ਹੈ ਪੁਆਇੰਟ ਬੀ ਤੇ ਰੱਖ ਕੇ ਅਸੀਂ ਦੂਜੀ ਆਰਕ ਜੋ ਹੈ 5 ਸੈਂਟੀਮੀਟਰ ਦੀ ਲਗਾਵਾਂਗੇ, ਠੀਕ ਹੈ, ਇਸੇ 90 ਡਿਗਰੀ ਵਾਲੇ ਕੋਨ ਦੀ ਲਾਈਨ ਦੇ ਉੱਤੇ। ਤੇ ਫਿਰ ਅਸੀਂ ਇਸ ਨੂੰ ਜੋ ਹੈ ਇੱਦਾਂ ਬੀਟ ਕਰਵਾ ਦਾਂਗੇ। ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਜੋ ਹੈ ਇੱਕ ਸਕੁਅਰ ਬਣ ਗਿਆ ਹੈ, ਤੇ ਉੱਤੇ ਵਾਲੀ ਜਿਹੜੀ ਸਾਈਡ ਹੈ ਉਹ ਆਟੋਮੈਟਿਕਲੀ ਜੋ ਹੈ 5 ਸੈਂਟੀਮੀਟਰ ਦੀ 5 ਸੈਂਟੀਮੀਟਰ ਦੀ ਹੀ ਹੋਊਗੀ, ਠੀਕ ਹੈ। ਇਹਨਾਂ ਦਾ ਸਾਡਾ ਮਤਲਬ ਜੋ ਇਹਨਾਂ ਨੇ ਕੁਐਸਚਨ ਸਾਡੇ ਕੋਲ ਪੁੱਛਿਆ ਸੀ ਉਹ ਇਹ ਸੀ ਵੀ ਜੇਕਰ ਕਿਸੇ ਵਰਗ ਦੀ ਇੱਕ ਭੁਜਾ ਪਤਾ ਹੈ, ਠੀਕ ਹੈ, ਤਾਂ ਇਸ ਵਰਗ ਦੀ ਰਚਨਾ ਕੀਤੀ ਜਾ ਸਕਦੀ ਹੈ। ਤਾਂ ਤੁਸੀਂ ਦੇਖ ਹੀ ਸਕਦੇ ਹੋ ਸਾਨੂੰ ਅਗਰ ਇੱਕ ਸਾਈਡ ਪਤਾ ਸੀ, ਮੈਂ ਐਜ਼ਿਊਮ ਕੀਤੀ ਸੀ ਵੀ ਇੱਕ ਸਾਈਡ ਜੋ ਹੈ ਯਾਨੀ ਕਿ ਇੱਕ ਭੁਜਾ ਜੋ ਹੈ ਉਹ 5 ਸੈਂਟੀਮੀਟਰ ਹੈ, ਤਾਂ ਉਸ ਤੋਂ ਬਾਅਦ ਅਸੀਂ ਜੋ ਹੈ ਵਰਗ ਯਾਨੀ ਕਿ ਸਕੁਅਰ ਨੂੰ ਬੜੇ ਈਜ਼ੀਲੀ ਡਰਾ ਕਰ ਲਿਆ ਹੈ, ਦੋ ਐਂਗਲਸ ਬਣਾ ਕੇ 90 ਡਿਗਰੀ ਦੇ, ਠੀਕ ਹੈ। ਤਾਂ ਇਹਨਾਂ ਦਾ ਕੁਐਸਚਨ ਇਹ ਸੀ ਵੀ ਜੇਕਰ ਕਿਸੇ ਵਰਗ ਦੀ ਇੱਕ ਭੁਜਾ ਪਤਾ ਹੈ ਤਾਂ ਇਸ ਵਰਗ ਦੀ ਰਚਨਾ ਕੀਤੀ ਜਾ ਸਕਦੀ ਹੈ। ਇਹ ਬਿਲਕੁਲ ਸਹੀ ਹੈ। ਹਾਂ ਵੀ ਅਗਰ ਸਾਨੂੰ ਇੱਕ ਭੁਜਾ ਪਤਾ ਹੈ ਤਾਂ ਅਸੀਂ ਵਰਗ ਦੀ ਰਚਨਾ ਕਰ ਸਕਦੇ ਹਾਂ। ਹਾਂਜੀ ਨੈਕਸਟ ਇਹਨਾਂ ਦਾ ਜੋ ਕੁਐਸਚਨ ਹੈ ਉਹ ਇਹ ਹੈ ਵੀ ਖਾਲੀ ਸਥਾਨ ਭਰੋ ਤੇ ਹਰ ਇੱਕ ਪ੍ਰਸ਼ਨ ਦਾ ਇੱਕ ਅੰਕ ਹੈ। ਪਹਿਲਾ ਸਵਾਲ ਇਹ ਹੈ ਦਿੱਤਾ ਗ੍ਰਾਫ ਸਮੇਂ ਅਤੇ ਤਾਪਮਾਨ ਵਿੱਚ ਹੈ, ਓਕੇ, ਤੇ ਸਾਨੂੰ ਇਹ ਦੱਸਣਾ ਹੈ ਵੀ ਇਹ ਸੰਭਵ ਹੈ ਜਾਂ ਅਸੰਭਵ ਹੈ। ਦੇਖੋ ਅਗਰ ਮੈਂ ਸਿੰਪਲ ਜੀ ਗੱਲ ਦੱਸਾਂ ਤੁਹਾਨੂੰ, ਜ਼ਰਾ ਧਿਆਨ ਨਾਲ ਦੇਖਣਾ ਵੀ ਜਿਵੇਂ ਜਿਵੇਂ ਸਮਾਂ ਜੋ ਹੈ ਜਿਵੇਂ ਜਿਵੇਂ ਵੱਧ ਰਿਹਾ ਹੈ, ਠੀਕ ਹੈ, ਤੇ ਤੁਸੀਂ ਦੇਖ ਸਕਦੇ ਹੋ ਵੀ ਅਗਰ ਸਮੇਂ ਮਤਲਬ ਵਧਣ ਵਾਲੀ ਸਾਈਡ ਨੂੰ ਅਸੀਂ ਜਾਂਦੇ ਹਾਂ ਇਸ ਸਾਈਡ ਨੂੰ, ਠੀਕ ਹੈ, ਤਾਂ ਜੋ ਤਾਪਮਾਨ ਹੈ ਟੈਂਪਰੇਚਰ ਹੈ ਉਹ ਵੀ ਜੋ ਹੈ ਵੱਧਦਾ ਹੈ। ਤਾਂ ਇਹਨਾਂ ਨੇ ਐਰੋ ਦਾ ਸਾਈਨ ਜੋ ਹੈ ਕੁਝ ਇੱਦਾਂ ਦਿਖਾ ਰੱਖਿਆ ਵੀ ਸਮੇਂ ਦੇ ਵਧਣ ਦੇ ਨਾਲ ਜੋ ਤਾਪਮਾਨ ਹੈ ਉਹ ਜੋ ਹੈ ਵੱਧ ਰਿਹਾ ਹੈ। ਦੇਖੋ ਮੈਂ ਤੁਹਾਨੂੰ ਦੋ ਐਗਜ਼ਾਮਪਲਸ ਦੇਣਾ ਹਾਂ, ਤੇ ਇਹ ਜੋ ਗ੍ਰਾਫ ਹੈ ਉਹ ਸੰਭਵ ਹੈ। ਤੇ ਦੋ ਐਗਜ਼ਾਮਪਲਸ ਕਿਹੜੇ ਹੈ ਵੀ ਅਸੀਂ ਗਰਮੀਆਂ ਦੇ ਵਿੱਚ ਮੰਨ ਲਓ ਜੂਨ ਦਾ ਮਹੀਨਾ ਹੈ, ਠੀਕ ਹੈ, ਸਵੇਰ ਦਾ ਟਾਈਮ ਹੈ ਵੀ 6 ਵਜੇ ਹੈ, ਤਾਂ ਸਵੇਰੇ 6 ਵਜੇ ਜੋ ਟੈਂਪਰੇਚਰ ਹੈ ਗਰਮੀਆਂ ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ, ਤਾਂ ਜਿਵੇਂ ਜਿਵੇਂ ਦਿਨ ਚੜੂਗਾ, ਠੀਕ ਹੈ, ਦਿਨ ਅੱਗੇ ਵਧੂਗਾ, 6 ਤੋਂ ਬਾਅਦ 7 ਹੁੰਦੇ ਨੇ, 7 ਤੋਂ ਬਾਅਦ 8 ਹੁੰਦੇ ਨੇ, ਸਵੇਰ ਦੇ ਜੋ ਹੈ 9 ਹੁੰਦੇ ਨੇ, 10 ਹੁੰਦੇ ਨੇ, 11 ਹੁੰਦੇ ਨੇ, ਠੀਕ ਹੈ, ਫਿਰ ਆਫਟਰਨੂਨ ਦਾ ਜੋ ਟਾਈਮ ਆ ਜਾਂਦਾ ਹੈ 12 1 2, ਤਾਂ 2 ਵਜੇ 1 ਵਜੇ 2 ਵਜੇ ਤੱਕ 3 ਵਜੇ ਤੱਕ ਜੋ ਟੈਂਪਰੇਚਰ ਹੈ ਉਹ ਕਾਫੀ ਵੱਧ ਚੁੱਕਿਆ ਹੁੰਦਾ ਹੈ, ਇਨਕਰੀਜ਼ ਹੋ ਚੁੱਕਿਆ ਹੁੰਦਾ ਹੈ। ਤਾਂ ਇੱਕ ਤਾਂ ਇਹ ਐਗਜ਼ਾਮਪਲ ਹੋ ਗਿਆ ਵੀ ਸਮੇਂ ਦੇ ਵਧਣ ਦੇ ਨਾਲ ਹਾਂ ਟੈਂਪਰੇਚਰ ਜੋ ਹੈ ਇਨਕਰੀਜ਼ ਕਰਦਾ ਹੈ, ਠੀਕ ਹੈ, ਵੀ ਇਹ ਸੰਭਵ ਹੈ ਇਹ ਗ੍ਰਾਫ। ਦੂਜਾ ਕੀ ਹੈ ਵੀ ਐਜ਼ਿਊਮ ਕਰ ਲਓ ਵੀ ਗੈਸ ਸਟੋਵ ਦੇ ਉੱਤੇ ਅਸੀਂ ਜੋ ਹੈ ਕਿਸੇ ਭਾਂਡੇ ਦੇ ਵਿੱਚ ਜੋ ਹੈ ਥੋੜ੍ਹਾ ਜਿਹਾ ਪਾਣੀ ਪਾ ਕੇ ਜੋ ਹੈ ਅਸੀਂ ਰੱਖਿਆ ਹੈ, ਅਤੇ ਥੱਲੇ ਤੋਂ ਅਸੀਂ ਫਲੇਮ ਜੋ ਹੈ ਯਾਨੀ ਕਿ ਅੱਗ ਜੋ ਹੈ ਔਨ ਕਰ ਦਿੱਤੀ ਹੈ। ਤਾਂ ਕੀ ਹੋਊਗਾ ਵੀ ਜਿਸ ਟਾਈਮ ਅਸੀਂ ਰੱਖਿਆ ਉਸ ਭਾਂਡੇ ਨੂੰ ਤਾਂ ਸਟਾਰਟਿੰਗ ਦੇ ਵਿੱਚ ਉਹ ਉਬਲਣਾ ਸਟਾਰਟ ਕਰੇਗਾ, ਅਤੇ ਹੌਲੀ ਹੌਲੀ ਜੋ ਹੈ ਉਹਦਾ ਟੈਂਪਰੇਚਰ ਜੋ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਜੋ ਸਮਾਂ ਹੈ ਉਹ ਬੀਤਦਾ ਜਾਊਗਾ, ਤਾਂ ਸਮੇਂ ਦੇ ਬੀਤਣ ਦੇ ਨਾਲ ਜੋ ਟੈਂਪਰੇਚਰ ਹੈ ਉਸ ਵਾਟਰ ਦਾ ਯਾਨੀ ਕਿ ਪਾਣੀ ਦਾ ਉਹ ਵੀ ਜੋ ਹੈ ਵੱਧਦਾ ਜਾਊਗਾ। ਤਾਂ ਇੱਕ ਇਹ ਐਗਜ਼ਾਮਪਲ ਵੀ ਹੈ ਵੀ ਸਮੇਂ ਦੇ ਵਧਣ ਦੇ ਨਾਲ ਨਾਲ ਜੋ ਤਾਪਮਾਨ ਹੈ ਜੋ ਟੈਂਪਰੇਚਰ ਹੈ ਉਹ ਵੀ ਜੋ ਹੈ ਵੱਧਦਾ ਹੁੰਦਾ ਹੈ, ਠੀਕ ਹੈ। ਦਿੱਤਾ ਗ੍ਰਾਫ ਸਮੇਂ ਅਤੇ ਤਾਪਮਾਨ ਵਿੱਚ ਸੰਭਵ ਹੈ, ਇਸ ਨੂੰ ਅਸੀਂ ਲਿਖਾਂਗੇ ਸੰਭਵ ਹੈ। ਹਾਂਜੀ ਸੈਕਿੰਡ ਇਹਨਾਂ ਦਾ ਜੋ ਸਵਾਲ ਹੈ ਉਹ ਇਹ ਹੈ ਇੱਕ ਸੰਖਿਆ ਜਿਸ ਦਾ ਇਕਾਈ ਅੰਕ 5 ਹੋਵੇ ਹਮੇਸ਼ਾ ਸੰਖਿਆ ਡੈਸ਼ ਦਾ ਇੱਕ ਗੁਣਜ ਹੁੰਦੀ ਹੈ। ਦੇਖੋ ਇਕਾਈ ਅੰਕ ਤੋਂ ਭਾਵ ਕੀ ਹੈ ਵੀ ਅਸੀਂ ਇੱਥੇ ਜੋ ਵੰਸ ਨੰਬਰ ਹੁੰਦਾ ਹੈ ਨਾ, ਵੰਸ ਡਿਜਿਟ ਕਹਿੰਦੇ ਹਾਂ ਜਿਸ ਨੂੰ, ਠੀਕ ਹੈ, ਉਹਦੀ ਗੱਲ ਹੋ ਰਹੀ ਹੈ, ਠੀਕ ਹੈ। ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਦੱਸ ਦਿੰਦਾ ਹਾਂ। ਜਿਵੇਂ ਐਜ਼ਿਊਮ ਕਰ ਲਓ ਕਿ ਅਸੀਂ ਇੱਕ ਨੰਬਰ ਲਿਆ 975, ਠੀਕ ਹੈ, ਅਤੇ ਇਸ 'ਚ ਤੁਸੀਂ ਦੇਖ ਸਕਦੇ ਹੋ ਵੀ ਜੋ ਇਕਾਈ ਦਾ ਅੰਕ ਹੈ
ਯਾਨੀ ਕਿ ਜੋ ਵੰਸ ਡਿਜਿਟ ਹੈ ਉਹ ਅਸੀਂ 5 ਲਿੱਤਾ ਹੈ। ਠੀਕ ਹੈ, ਇੱਕ ਸੰਖਿਆ ਜਿਸ ਦਾ ਇਕਾਈ ਅੰਕ 5 ਹੋਵੇ ਤਾਂ ਅਸੀਂ ਇਕਾਈ ਅੰਕ ਜੋ ਹੈ ਉਹ 5 ਹੀ ਲਿੱਤਾ ਹੈ, ਤੁਸੀਂ ਵੇਖ ਸਕਦੇ ਹੋ। ਹਾਂਜੀ, ਇਹਨਾਂ ਦਾ ਕੁਐਸਚਨ ਇਹ ਸੀ ਵੀ ਇੱਦਾਂ ਦਾ ਜੋ ਨੰਬਰ, ਜਿੰਨੇ ਵੀ ਨੰਬਰਸ ਹੋਣਗੇ ਹਮੇਸ਼ਾ ਸੰਖਿਆ ਡੈਸ਼ ਦਾ ਇੱਕ ਗੁਣਜ ਹੁੰਦੀ ਹੈ, ਇਹ ਸਾਨੂੰ ਦੱਸਣਾ ਹੈ। ਹੁਣ ਦੇਖੋ, ਅਗਰ ਅਸੀਂ ਇਸ ਨੂੰ ਜੋ ਇਹ 2 ਦੇ ਰੱਖਿਆ ਹੈ, ਅਗਰ ਇਸ ਨਾਲ ਅਸੀਂ ਡਿਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਡਿਵਾਈਡ ਨਹੀਂ ਹੋ ਸਕਦਾ, ਕਿਉਂਕਿ ਉਹਦਾ ਕਾਰਨ ਕੀ ਹੈ ਵੀ ਜੋ ਵੰਸ ਡਿਜਿਟ ਹੈ ਉਹ 5 ਹੈ ਅਤੇ 5 ਜੋ ਹੈ ਉਹ ਓਡ ਨੰਬਰ ਹੈ। ਅਤੇ ਕਦੀ ਵੀ ਇੱਦਾਂ ਦੇ ਨੰਬਰਸ ਜਿਨ੍ਹਾਂ ਦਾ ਵੰਸ ਡਿਜਿਟ ਜਾਂ ਯੂਨਿਟ ਨੰਬਰ ਜਾਂ ਯੂਨਿਟ ਡਿਜਿਟ ਜੋ ਹੈ ਉਹ ਅਗਰ ਓਡ ਨੰਬਰ ਹੋਏ, ਜਿਵੇਂ ਕਿ 5 ਹੈ ਇੱਥੇ, ਉਹ ਕਦੀ ਵੀ 2 ਦੇ ਨਾਲ ਯਾਨੀ ਕਿ 2 ਦੇ ਨਾਲ ਭਾਗ ਯਾਨੀ ਕਿ ਡਿਵਾਈਡ ਨਹੀਂ ਹੁੰਦੇ। ਹਾਂਜੀ, ਤਾਂ ਦੂਜਾ ਰਹਿ ਗਿਆ 5। ਹੁਣ ਅਗਰ ਕਿਸੇ ਵੀ ਨੰਬਰ ਦਾ ਜਾਂ ਸੰਖਿਆ ਦਾ ਅਗਰ ਇਕਾਈ ਅੰਕ 5 ਹੈ, ਯਾਨੀ ਕਿ ਵੰਸ ਡਿਜਿਟ ਯੂਨਿਟ ਡਿਜਿਟ ਅਗਰ 5 ਹੈ 5 ਹੈ, ਤਾਂ ਉਹ ਸੰਖਿਆ ਹਮੇਸ਼ਾ 5 ਨਾਲ ਭਾਗ ਜ਼ਰੂਰ ਹੋਊਗੀ। ਠੀਕ ਹੈ, ਮੈਂ ਕਰਕੇ ਦਿਖਾ ਦਿੰਦਾ। ਇਹਨਾਂ ਨੇ ਸਾਨੂੰ ਗੁਣਜ ਕਿਹਾ ਸੀ ਨਾ ਵੀ ਹਮੇਸ਼ਾ ਸੰਖਿਆ ਡੈਸ਼ ਦਾ ਇੱਕ ਗੁਣਜ ਹੁੰਦੀ ਹੈ। ਗੁਣਜ ਤੋਂ ਭਾਵ ਕੀ ਹੈ ਵੀ 5 ਜੋ ਹੈ ਉਸ ਨੂੰ ਡਿਵਾਈਡ ਕਰ ਸਕਦਾ ਹੈ। ਠੀਕ ਹੈ, ਹਾਂਜੀ, 975 ਨੂੰ ਤੁਸੀਂ ਦੇਖ ਸਕਦੇ ਹੋ, 5 1 5 ਹੋ ਗਿਆ, 4 ਤੇ 7, 5 9 45 ਹੋ ਗਿਆ, ਅਤੇ 2 ਤੇ 5 ਅਤੇ 5 5 25 ਹੋ ਗਿਆ। ਤੁਸੀਂ ਵੇਖ ਸਕਦੇ ਹੋ, ਇੱਦਾਂ ਦਾ ਤੁਸੀਂ ਕੋਈ ਵੀ ਸੰਖਿਆ ਲੈ ਸਕਦੇ ਹੋ, ਨੰਬਰ ਲੈ ਸਕਦੇ ਹੋ ਜਿਹਦਾ ਇਕਾਈ ਅੰਕ ਯੂਨਿਟ ਡਿਜਿਟ ਵੰਸ ਡਿਜਿਟ ਜੋ ਹੈ ਅਗਰ ਉਹ 5 ਹੈ ਤਾਂ ਉਹ ਹਮੇਸ਼ਾ ਸੰਖਿਆ ਜੋ ਹੈ ਉਹ 5 ਦਾ ਇੱਕ ਗੁਣਜ ਜ਼ਰੂਰ ਹੁੰਦੀ ਹੈ, ਯਾਨੀ ਕਿ 5 ਨਾਲ ਡਿਵਾਈਡ ਜ਼ਰੂਰ ਹੁੰਦੀ ਹੈ। ਥਰਡ ਇਹਨਾਂ ਨੇ ਪੁੱਛਿਆ ਹੈ ਜੀ, ਵਰਗ ਦਾ ਹਰੇਕ ਕੋਣ ਡੈਸ਼ ਹੈ। ਦੇਖੋ, ਵਰਗ ਕੀ ਹੁੰਦਾ ਹੈ? ਸਕੁਏਅਰ। ਅਤੇ ਸਕੁਏਅਰ ਬਾਰੇ ਅਸੀਂ ਸਾਰੇ ਜਾਣਦੇ ਹਾਂ ਵੀ ਉਸ ਦਾ ਜੋ ਕੋਣ ਹੁੰਦਾ ਹੈ ਯਾਨੀ ਕਿ ਐਂਗਲ, ਕੋਣ ਤੋਂ ਭਾਵ ਕੀ ਹੈ? ਐਂਗਲ। ਤਾਂ ਵਰਗ ਯਾਨੀ ਕਿ ਸਕੁਏਅਰ ਦਾ ਹਰੇਕ ਕੋਣ ਜੋ ਹੈ ਉਹ 90 ਡਿਗਰੀ ਦਾ ਹੁੰਦਾ ਹੈ, 90 ਡਿਗਰੀ ਦਾ ਹੁੰਦਾ ਹੈ। ਤਾਂ ਸਾਨੂੰ ਇੱਥੇ 2 ਆਪਸ਼ਨਸ ਦਿੱਤੇ ਗਏ ਸੀ, 60 ਡਿਗਰੀ ਅਤੇ 90 ਡਿਗਰੀ। ਅਸੀਂ ਜੋ ਹੈ 90 ਡਿਗਰੀ ਵਾਲੇ ਨੂੰ ਚੂਜ਼ ਕਰਾਂਗੇ ਵੀ ਵਰਗ ਦਾ ਹਰੇਕ ਕੋਣ 90 ਡਿਗਰੀ ਦਾ ਹੁੰਦਾ ਹੈ। ਹਾਂਜੀ, ਹੁਣ ਨੈਕਸਟ ਜਿਹੜਾ ਕੁਐਸਚਨ ਹੈ ਜੀ ਉਹ ਪਾਈ ਚਾਰਟ ਵਾਲਾ ਹੈ, ਤਾਂ ਮੈਂ ਤੁਹਾਨੂੰ ਕਰਵਾ ਦਿੰਦਾ ਜੀ। ਦਿੱਤੇ ਗਏ ਪਾਈ ਚਾਰਟ ਵਿੱਚ ਇੱਕ ਸਕੂਲ ਦੇ ਲੜਕੇ ਅਤੇ ਲੜਕੀਆਂ ਦੀ ਗਿਣਤੀ ਦਰਸਾਈ ਗਈ ਹੈ। ਜੇਕਰ ਇਸ ਸਕੂਲ ਦੇ ਕੁੱਲ ਵਿਦਿਆਰਥੀਆਂ ਦੀ ਗਿਣਤੀ 400 ਹੋਵੇ ਤਾਂ ਲੜਕਿਆਂ ਦੀ ਗਿਣਤੀ ਡੈਸ਼ ਹੈ। ਅਤੇ ਸਾਨੂੰ ਓਪਸ਼ਨਸ ਦੇ ਵਿੱਚ ਦਿੱਤਾ ਗਿਆ ਹੈ 100 ਅਤੇ 150। ਦੇਖੋ, ਸਿੰਪਲ ਜਿਹਾ ਹੈ, ਇਸ ਦੇ ਵਿੱਚ ਅਸੀਂ ਜੋ ਹੈ ਜ਼ਿਆਦਾ ਕੁਝ ਕਰਨਾ ਨਹੀਂ ਹੁੰਦਾ ਹੈ। ਸਭ ਤੋਂ ਪਹਿਲਾਂ ਜੋ ਲੜਕੇ ਨੇ, ਠੀਕ ਹੈ, ਉਹਨਾਂ ਦਾ ਜੋ ਐਂਗਲ ਦੇ ਰੱਖਿਆ ਹੈ ਸਾਨੂੰ ਇਸ ਪਾਈ ਚਾਰਟ ਦੇ ਵਿੱਚ, ਉਸ ਐਂਗਲ ਨੂੰ ਤੁਸੀਂ ਨੋਟ ਡਾਊਨ ਕਰ ਲਓ। ਦੇਖੋ, ਲੜਕੀਆਂ ਦਾ ਜੋ ਐਂਗਲ ਸਾਨੂੰ ਦੇ ਰੱਖਿਆ ਹੈ ਉਹ ਹੈ 270 ਡਿਗਰੀ ਯਾਨੀ ਕਿ 270 ਡਿਗਰੀ, ਅਤੇ ਲੜਕੇ ਜੋ ਹੈਗੇ ਨੇ ਉਹਨਾਂ ਦਾ ਜੋ ਐਂਗਲ ਹੈ ਉਹ ਸਾਨੂੰ 90 ਡਿਗਰੀ ਯਾਨੀ ਕਿ 90 ਡਿਗਰੀ ਦੇ ਰੱਖਿਆ ਹੈ। ਹਾਂਜੀ, ਅਤੇ ਦੇਖੋ, ਸੈਂਟਰਲ ਐਂਗਲ ਇਸ ਪਾਈ ਚਾਰਟ ਦਾ ਕਿੰਨਾ ਹੁੰਦਾ ਹੈ? ਉਹ ਹੁੰਦਾ ਹੈ 360 ਡਿਗਰੀ। 270 ਦੇ ਵਿੱਚ ਅਗਰ ਅਸੀਂ 90 ਨੂੰ ਜੋੜਾਂਗੇ ਤਾਂ ਉਹ ਹੁੰਦਾ ਹੈ 360 ਡਿਗਰੀ। ਹੁਣ ਸਿਰਫ ਅਸੀਂ ਲੜਕਿਆਂ ਦੀ ਗੱਲ ਕਰਨੀ ਹੈ ਤਾਂ ਉਹਦੇ ਵਾਸਤੇ ਅਸੀਂ ਕੀ ਕਰਨਾ ਹੈ? ਦੇਖੋ, ਲੜਕਿਆਂ ਦਾ ਜੋ ਐਂਗਲ ਹੈ ਇਸ ਪਾਈ ਚਾਰਟ ਦੇ ਵਿੱਚ ਉਹ ਕਿੰਨਾ ਹੈ? 90 ਡਿਗਰੀ ਹੈ। ਇਹ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਅਤੇ 270 ਜਮ੍ਹਾਂ 90 ਉਹ ਹੋ ਜਾਊਗਾ 360 ਡਿਗਰੀ। ਤਾਂ ਜੋ ਸੈਂਟਰਲ ਐਂਗਲ ਹੁੰਦਾ ਹੈ ਪਾਈ ਚਾਰਟ ਦਾ ਉਹ ਜੋ ਹੈ 360 ਡਿਗਰੀ ਹੁੰਦਾ ਹੈ। ਹਾਂਜੀ, ਅਤੇ ਇਸ ਦੇ ਨਾਲ ਅਸੀਂ ਮਲਟੀਪਲਾਈ ਕੀ ਕਰਨਾ ਹੈ? ਮਲਟੀਪਲਾਈ ਕਰਨਾ ਹੈ ਅਸੀਂ 400। ਹੁਣ ਇਹ 400 ਮਲਟੀਪਲਾਈ ਕਰਨ ਦਾ ਕਾਰਨ ਕੀ ਹੈ? ਕਾਰਨ ਇਹ ਹੈ ਵੀ ਇਹਨਾਂ ਨੇ ਸਾਡੇ ਕੋਲ ਲੜਕਿਆਂ ਦੀ ਗਿਣਤੀ ਪੁੱਛੀ ਹੈ, ਤਾਂ ਜਿੰਨੇ ਹੁਣ ਕੁੱਲ ਵਿਦਿਆਰਥੀ ਨੇ ਉਸ ਦੇ ਨਾਲ ਸਾਨੂੰ ਜੋ ਹੈ ਮਲਟੀਪਲਾਈ ਕਰਨਾ ਪਊਗਾ। ਜਿਹੜਾ ਉੱਪਰ ਜਿਹੜਾ ਨਿਊਮਰੇਟਰ ਦੇ ਵਿੱਚ ਅਸੀਂ ਜੋ ਐਂਗਲ ਲਿਖਿਆ ਹੈ ਇਹ ਲੜਕਿਆਂ ਦਾ ਹੈ, ਕਿਉਂਕਿ ਅਸੀਂ ਲੜਕਿਆਂ ਦਾ ਨੰਬਰ ਦੱਸਣਾ ਹੈ, ਲੜਕਿਆਂ ਦੀ ਗਿਣਤੀ ਦੱਸਣੀ ਹੈ। ਥੱਲੇ ਜੋ ਹੈ ਅਸੀਂ ਜੋ ਇਸ ਪਾਈ ਚਾਰਟ ਦਾ ਜੋ ਟੋਟਲ ਜੋ ਸੈਂਟਰਲ ਐਂਗਲ ਹੈ ਉਸ ਨੂੰ ਥੱਲੇ ਅਸੀਂ ਲਿਖਣਾ ਹੁੰਦਾ ਹੈ ਡਿਨੋਮੀਨੇਟਰ ਦੇ ਵਿੱਚ, ਅਤੇ ਮਲਟੀਪਲਾਈ ਦੇ ਵਿੱਚ ਅਸੀਂ 400 ਕਰਦੇ ਹਾਂ। 400 ਜੋ ਹੈ ਉਹ ਨੰਬਰ ਹੈ ਜੋ ਕਿ ਕੁੱਲ ਵਿਦਿਆਰਥੀਆਂ ਦੀ ਗਿਣਤੀ ਹੈ। ਤਾਂ ਅਸੀਂ ਕੁੱਲ ਵਿਦਿਆਰਥੀਆਂ ਦੇ ਵਿੱਚੋਂ ਹੀ ਜੋ ਲੜਕੇ ਨੇ ਉਹਨਾਂ ਦਾ ਜੋ ਹੈ ਉਹਨਾਂ ਦੀ ਗਿਣਤੀ ਅਸੀਂ ਦੱਸਣੀ ਹੈ। ਠੀਕ ਹੈ, ਤਾਂ ਕਰਕੇ ਅਸੀਂ ਇਸ ਨੂੰ ਮਲਟੀਪਲਾਈ ਕਰ ਰਹੇ ਹਾਂ। ਹਾਂਜੀ, 0 ਨਾਲ 0 ਜੋ ਹੈ ਕੈਂਸਲ ਆਊਟ ਹੋ ਗਿਆ, 9 4 36 ਹੋ ਗਿਆ,
ਤੇ 4 ਜੋ ਹੈ 400 ਨੂੰ ਡਿਵਾਈਡ ਕਰੂਗਾ 100 ਤੇ। ਇਟ ਮੀਨਸ ਕਿ 100 ਜੋ ਹੈ ਯਾਨੀ ਕਿ 100 ਜੋ ਹੈ ਉਹ ਜੋ ਹੈ ਲੜਕਿਆਂ ਦੀ ਗਿਣਤੀ ਹੈ। ਤਾਂ 100 ਲੜਕੇ ਨੇ ਯਾਨੀ ਕਿ 100 ਜੋ ਹੈ ਲੜਕਿਆਂ ਦੀ ਗਿਣਤੀ ਹੈ। ਨੈਕਸਟ ਹੈ ਜੀ, ਇੱਕ ਆਇਤਾਕਾਰ ਬਕਸੇ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ 5a ਅਤੇ 6a ਇਕਾਈਆਂ ਹੈ। ਤਾਂ ਇਸ ਬਕਸੇ ਦਾ ਖੇਤਰਫਲ ਡੈਸ਼ ਵਰਗ ਇਕਾਈਆਂ ਹੈ। ਦੇਖੋ ਇੱਕ ਤਾਂ ਇਹਨਾਂ ਨੇ ਬਕਸਾ ਕਹਿ ਦਿੱਤਾ ਹੈ। ਬਕਸਾ ਤਾਂ ਦੇਖੋ ਘਣਾਬ ਜੋ ਹੈ ਹੋ ਜਾਂਦਾ ਹੈ, ਕਿਉਂਕਿ ਘਣ ਅਤੇ ਘਣਾਬ ਤੁਸੀਂ ਪੜ੍ਹੇ ਹੋਣੇ ਹੈ। ਤਾਂ ਬਕਸਾ ਤਾਂ ਮੇਰੇ ਖਿਆਲ ਤੋਂ ਇੱਥੇ ਜੋ ਹੈ ਸਹੀ ਵਰਡ ਨਹੀਂ ਹੈ। ਤਾਂ ਆਇਤਾਕਾਰ ਕਹਿ ਰਹੇ ਨੇ, ਇਟ ਮੀਨਸ ਕਿ ਰੈਕਟੈਂਗਲ ਦੀ ਗੱਲ ਹੋ ਰਹੀ ਹੈ। ਤੇ ਰੈਕਟੈਂਗਲ ਦੀ ਸਾਨੂੰ ਲੰਬਾਈ ਤੇ ਚੌੜਾਈ ਦੋਵੇਂ ਜੋ ਹੈ ਦੇ ਰੱਖੀਆਂ ਨੇ। 5a ਜੋ ਹੈ ਉਹ ਲੰਬਾਈ ਹੈ ਤੇ ਚੌੜਾਈ ਸਾਨੂੰ ਦੇ ਰੱਖੀ ਹੈ 6a। ਤੇ ਇਹਨਾਂ ਨੇ ਸਾਨੂੰ ਕਿਹਾ ਹੈ ਇਸ ਬਕਸੇ ਦਾ ਖੇਤਰਫਲ ਡੈਸ਼ ਵਰਗ ਇਕਾਈਆਂ ਹੈ। ਦੇਖੋ ਬਕਸਾ ਮੇਰੀ ਤਰਫੋਂ ਤਾਂ ਇਹ ਸਹੀ ਵਰਡ ਨਹੀਂ ਹੈ ਬਕਸਾ ਤਾਂ। ਚਲੋ ਸਾਨੂੰ ਖੇਤਰਫਲ ਤੋਂ ਜੋ ਹੈ ਮਤਲਬ ਜੋ ਅਸੀਂ ਕੁਐਸਚਨ ਕਰਨਾ ਹੈ ਉਹ ਖੇਤਰਫਲ ਦਾ ਕਰਨਾ ਹੈ। ਤਾਂ ਸਿੰਪਲੀ ਜੋ ਰੈਕਟੈਂਗਲ ਦਾ ਜੋ ਏਰੀਆ ਹੁੰਦਾ ਹੈ ਉਸ ਦਾ ਅਸੀਂ ਫਾਰਮੂਲਾ ਅਪਲਾਈ ਕਰ ਦਿੰਦੇ ਹਾਂ। ਤਾਂ ਰੈਕਟੈਂਗਲ ਦਾ ਏਰੀਆ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ? ਲੈਂਥ ਮਲਟੀਪਲਾਈਡ ਬਾਏ ਬ੍ਰੈਡਥ ਹੁੰਦਾ ਹੈ। ਲੰਬਾਈ ਗੁਣਾ ਚੌੜਾਈ ਹੁੰਦਾ ਹੈ। ਤੇ ਲੰਬਾਈ ਇੱਥੇ ਸਾਨੂੰ ਦੇ ਰੱਖੀ ਹੈ 5a ਤੇ ਚੌੜਾਈ ਸਾਨੂੰ ਦੇ ਰੱਖੀ ਹੈ 6a। ਠੀਕ ਹੈ, ਨਾਲ ਉਹਨਾਂ ਨੇ ਇਕਾਈਆਂ ਦੇ ਰੱਖੀਆਂ ਨੇ। ਹਾਂਜੀ, ਤੇ 5a ਨੂੰ 6a ਦੇ ਨਾਲ ਮਲਟੀਪਲਾਈ ਕਰਾਂਗੇ। 5 6 ਹੋ ਜਾਂਦਾ ਹੈ 30। ਹੁਣ ਇੱਥੇ a ਜੋ ਹੈ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ। ਚਲੋ ਹਾਂਜੀ, ਲੰਬਾਈ ਸਾਨੂੰ ਦੇ ਰੱਖੀ ਹੈ 5a ਤੇ ਚੌੜਾਈ ਸਾਨੂੰ ਦੇ ਰੱਖੀ ਹੈ 6a। ਹਾਂਜੀ, 5 ਨੂੰ 6 ਨਾਲ ਕਰਾਂਗੇ ਇਹ ਤਾਂ ਹੋ ਜਾਊਗਾ 30 ਯਾਨੀ ਕਿ 30 ਹੋ ਗਿਆ। ਠੀਕ ਹੈ, ਤੇ a ਨੂੰ a ਨਾਲ ਕਰਾਂਗੇ ਮਲਟੀਪਲਾਈ, ਇਹ ਹੋ ਜਾਊਗਾ a ਸਕੁਏਅਰ। ਕਿਉਂਕਿ ਬੇਸ ਸੇਮ ਹੈ ਤੇ ਪਾਵਰਸ ਐਡ ਹੋ ਜਾਂਦੀਆਂ ਨੇ। ਇੱਥੇ a ਦੀ ਪਾਵਰ ਕੋਈ ਕੁਛ ਵੀ ਨਜ਼ਰ ਨਹੀਂ ਆ ਰਹੀ ਹੈ ਤਾਂ ਇਹਦਾ ਮਤਲਬ 1 ਤਾਂ ਜ਼ਰੂਰ ਹੋਊਗਾ। ਠੀਕ ਹੈ, ਤਾਂ a ਦੀ ਪਾਵਰ 1 a ਦੀ ਪਾਵਰ 1 ਬੇਸ ਸੇਮ ਹੈ, ਦੋਵਾਂ ਦਾ ਬੇਸ a ਹੀ ਹੈ। ਤਾਂ 1 + 1 ਉਹ ਜੋ ਹੈ 2 ਹੋ ਜਾਂਦਾ ਹੈ। ਹਾਂਜੀ, ਤਾਂ ਸਾਡਾ ਆਨਸਰ ਹੈ ਜੀ 30a ਸਕੁਏਅਰ। ਤਾਂ ਪਹਿਲੇ ਵਾਲਾ ਹੀ ਹੈ ਜੀ, ਤੁਸੀਂ ਵੇਖ ਸਕਦੇ ਹੋ ਇਹਨਾਂ ਨੇ ਸਾਨੂੰ ਇੱਕ ਤਾਂ ਆਨਸਰ ਦੇ ਰੱਖਿਆ 30a ਸਕੁਏਅਰ, ਦੂਜਾ ਦੇ ਰੱਖਿਆ 22a। ਤਾਂ ਜੋ 30a ਸਕੁਏਅਰ ਵਾਲਾ ਜੋ ਹੈ ਉਹ ਸਾਡਾ ਆਨਸਰ ਹੋ ਜਾਊਗਾ 30a ਸਕੁਏਅਰ ਵਰਗ ਇਕਾਈਆਂ। ਕਿਉਂਕਿ ਖੇਤਰਫਲ ਅਸੀਂ ਕੱਢ ਰਹੇ ਹਾਂ, ਵਰਗ ਤੋਂ ਭਾਵ ਕੀ ਹੁੰਦਾ ਹੈ? ਸਕੁਏਅਰ ਲਗਾਉਂਦੇ ਹਾਂ। ਇਕਾਈਆਂ ਕੀ ਹੈ? ਯੂਨਿਟਸ ਨੇ, ਯੂਨਿਟ ਸਕੁਏਅਰ ਹੈ ਉਹ। ਨੈਕਸਟ ਹੈ ਜੀ, ਚਾਰ ਮਜ਼ਦੂਰ ਇੱਕ ਦੀਵਾਰ ਨੂੰ 10 ਦਿਨ ਵਿੱਚ ਪੂਰਾ ਕਰਦੇ ਹਨ। ਇਸ ਦੀਵਾਰ ਨੂੰ 5 ਦਿਨ ਵਿੱਚ ਪੂਰਾ ਕਰਨ ਲਈ ਕਿੰਨੇ ਹੋਰ ਮਜ਼ਦੂਰਾਂ ਦੀ ਲੋੜ ਪਵੇਗੀ? ਦੇਖੋ ਇਹ ਜੋ ਹੈ ਇਨਵਰਸ ਪ੍ਰਪੋਰਸ਼ਨ ਦਾ ਕੁਐਸਚਨ ਹੈ, ਜਿਸ ਨੂੰ ਕਿ ਅਸੀਂ ਉਲਟਾ ਅਨੁਪਾਤ ਵੀ ਕਹਿੰਦੇ ਹਾਂ। ਦੇਖੋ ਪਹਿਲੇ ਸਾਡੇ ਕੋਲ ਸਿੱਧਾ ਅਨੁਪਾਤ ਆਇਆ ਸੀ ਜਿਸ ਨੂੰ ਕਿ ਅਸੀਂ ਡਾਇਰੈਕਟ ਪ੍ਰਪੋਰਸ਼ਨ ਕਹਿੰਦੇ ਹਾਂ। ਹੁਣ ਇੱਥੇ ਮੈਨੂੰ ਕਿਵੇਂ ਪਤਾ ਚੱਲ ਗਿਆ ਵੀ ਇਹ ਜੋ ਹੈ ਉਲਟਾ ਅਨੁਪਾਤ ਹੈ ਜਾਂ ਇਨਵਰਸ ਪ੍ਰਪੋਰਸ਼ਨ ਹੈ? ਉਹਦਾ ਕਾਰਨ ਕੀ ਹੈ? ਵੇਖੋ ਇਹਨਾਂ ਨੇ ਸਾਨੂੰ ਦਿੱਤਾ ਹੈ 4 ਮਜ਼ਦੂਰ ਇੱਕ ਦੀਵਾਰ ਨੂੰ 10 ਦਿਨ ਵਿੱਚ ਪੂਰਾ ਕਰਦੇ ਨੇ। ਠੀਕ ਹੈ, ਤੇ ਜੋ 4 ਮਤਲਬ ਜੋ ਮਜ਼ਦੂਰ ਨੇ ਉਹ 10 ਦਿਨ ਲੈ ਰਹੇ ਨੇ। ਇਸ ਦੀਵਾਰ ਨੂੰ 5 ਦਿਨ ਵਿੱਚ ਪੂਰਾ ਕਰਨ ਲਈ ਕਿੰਨੇ ਹੋਰ ਮਜ਼ਦੂਰਾਂ ਦੀ ਲੋੜ ਪਵੇਗੀ? ਹੁਣ ਦੇਖੋ ਅਸੀਂ ਕੀ ਕਰ ਰਹੇ ਹਾਂ ਵੀ ਇੱਕ ਦੀਵਾਰ ਜਿਹਨੂੰ ਬਣਨ ਦੇ ਵਿੱਚ 10 ਦਿਨ ਲੱਗ ਰਹੇ ਸੀ 4 ਮਜ਼ਦੂਰਾਂ ਦੀ ਤਰਫੋਂ, ਉਸ ਨੂੰ ਅਸੀਂ 5 ਦਿਨਾਂ ਦੇ ਅੰਦਰ ਬਣਾਉਣਾ ਚਾਹੁੰਦੇ ਹਾਂ। ਇਟ ਮੀਨਸ ਕਿ ਸਾਨੂੰ ਮਜ਼ਦੂਰ ਵਧਾਉਣੇ ਪੈਣਗੇ। ਵਧਾਉਣੇ ਮੀਨਸ ਕਿ ਉਹਨਾਂ ਦਾ ਜੋ ਨੰਬਰ ਹੈ ਉਹ ਇਨਕਰੀਜ਼ ਕਰਨਾ ਪਏਗਾ। ਠੀਕ ਹੈ, ਤਾਂ ਅਗਰ ਇੱਕ ਚੀਜ਼ ਨੂੰ ਵਧਾਉਣ ਦੇ ਨਾਲ ਦੂਜੀ ਚੀਜ਼ ਘਟਦੀ ਪਈ ਹੈ, ਵੀ ਅਗਰ ਅਸੀਂ ਮਜ਼ਦੂਰ ਵਧਾ ਰਹੇ ਹਾਂ ਤਾਂ ਜ਼ਿਆਦਾ ਮਜ਼ਦੂਰ ਜੋ ਹੈ ਉਹ ਫਟਾਫਟ ਕੰਮ ਕਰਕੇ ਜੋ ਹੈ ਉਹ ਉਸ ਦੀਵਾਰ ਨੂੰ ਘੱਟ ਸਮੇਂ ਦੇ ਵਿੱਚ ਜੋ ਹੈ ਬਣਾ ਕੇ ਸਾਨੂੰ ਦੇ ਦੇਣਗੇ। ਵੀ ਅਗਰ ਅਸੀਂ ਮਜ਼ਦੂਰ ਵਧਾ ਦਿੱਤੇ ਹੈ ਤਾਂ ਜੋ ਸਮਾਂ ਲੱਗ ਰਿਹਾ ਸੀ ਦੀਵਾਰ ਨੂੰ ਬਣਾਉਣ ਦਾ ਉਹ ਘਟ ਗਿਆ। ਤਾਂ ਤੁਸੀਂ ਦੇਖ ਰਹੇ ਹੋ ਵੀ ਇੱਕ ਚੀਜ਼ ਦੇ ਵਧਣ ਦੇ ਨਾਲ ਦੂਜੀ ਚੀਜ਼ ਜੋ ਹੈ ਉਹ ਘਟ ਗਈ। ਤਾਂ ਇਸ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਇਨਵਰਸ ਪ੍ਰਪੋਰਸ਼ਨ। ਹੁਣ ਜੋ ਇਹ ਇਨਵਰਸ ਪ੍ਰਪੋਰਸ਼ਨ ਹੈ ਜਾਂ ਉਲਟਾ ਅਨੁਪਾਤ ਹੈ, ਇਸ ਦੇ ਵਿੱਚ ਅਸੀਂ ਜੋ ਫਾਰਮੂਲਾ ਯੂਜ਼ ਕਰਦੇ ਹਾਂ ਹਾਂਜੀ, ਜਿਹੜਾ ਇਹ 4 ਮਜ਼ਦੂਰ ਦੇ ਰੱਖਿਆ ਹੈ ਇਸ ਨੂੰ ਅਸੀਂ ਜੋ ਇਹ 10 ਦਿਨ ਦੇ ਰੱਖੇ ਨੇ ਇਹਦੇ ਨਾਲ ਮਲਟੀਪਲਾਈ ਕਰਾਂਗੇ, ਇਕੁਅਲ ਟੂ ਦੇ ਵਿੱਚ ਰੱਖਾਂਗੇ ਇਹ ਵਾਲੇ ਜੋ ਇਹ 5 ਜੋ ਦਿਨ ਜਾਂ ਡੇਜ਼ ਦੇ ਰੱਖੇ ਹੈ, ਅਤੇ ਮਲਟੀਪਲੀਕੇਸ਼ਨ ਦੇ ਵਿੱਚ ਅਸੀਂ x ਲੈਣਾ ਹੈ। x ਕੀ ਹੈ? x ਉਹਨਾਂ ਮਜ਼ਦੂਰਾਂ ਦਾ ਨੰਬਰ ਹੈ ਜੋ ਕਿ 5 ਦਿਨਾਂ ਦੇ ਵਿੱਚ ਦੀਵਾਰ ਨੂੰ ਪੂਰਾ ਕਰ ਸਕਦੇ ਨੇ। ਠੀਕ ਹੈ, ਹਾਂਜੀ, ਇਹ ਵਾਲਾ ਜੋ 5 ਹੈ ਇਹ ਥੱਲੇ ਆ ਜਾਊਗਾ 4 ਮਲਟੀਪਲਾਈਡ ਬਾਈ 10 ਦੇ, ਤਾਂ 5 2s 10 ਹੋ ਗਿਆ। ਹਾਂਜੀ, ਅਤੇ 4 2s 8 ਹੋ ਗਿਆ। ਸਾਡਾ ਆਨਸਰ ਦੇਖੋ ਤੁਸੀਂ ਵੇਖ ਸਕਦੇ ਹੋ ਇਹਨਾਂ ਨੇ ਸਾਨੂੰ 4 ਔਰ 5
ਇਹਨਾਂ ਦੇ ਵਿੱਚੋਂ ਆਨਸਰ ਜੋ ਹੈ ਸਾਨੂੰ ਮਤਲਬ ਜੋ ਹੈ ਕੋਈ ਇੱਕ ਚੂਜ਼ ਕਰਨਾ ਹੈ। ਤੇ ਕਈ ਬੱਚੇ ਤਾਂ ਇਹ ਸੋਚਣਗੇ ਇੱਥੇ ਹੀ ਬਸ ਸਾਡਾ ਆਨਸਰ ਖਤਮ ਹੋ ਜਾਂਦਾ ਹੈ, x=8 ਆ ਗਿਆ। ਦੇਖੋ ਇਹ ਜੋ ਹੈ ਨਾ x=8, ਇਹ ਜੋ ਹੈ ਉਹ ਮਜ਼ਦੂਰ ਉਹਨਾਂ ਮਜ਼ਦੂਰਾਂ ਦਾ ਨੰਬਰ ਹੈ ਜਿਹੜੇ ਕਿ 5 ਦਿਨਾਂ ਦੇ ਵਿੱਚ ਦੀਵਾਰ ਨੂੰ ਪੂਰਾ ਕਰ ਲੈਣਗੇ। ਪਰ ਇਹਨਾਂ ਨੇ ਸਾਨੂੰ ਕੀ ਪੁੱਛਿਆ ਸੀ, ਜ਼ਰਾ ਧਿਆਨ ਨਾਲ ਕੁਐਸਚਨ ਨੂੰ ਰੀਡ ਕਰਨਾ। ਤੇ ਇਹ ਜੋ x=8 ਆਇਆ ਹੈ, ਇਸ ਨੂੰ ਜ਼ਰਾ ਦਿਮਾਗ ਦੇ ਵਿੱਚ ਮਤਲਬ ਥੋੜ੍ਹਾ ਯਾਦ ਰੱਖਣਾ, ਕਿਉਂਕਿ ਮੈਂ ਇਸ ਨੂੰ ਇਰੇਸ ਕਰਨ ਜਾ ਰਿਹਾ ਹਾਂ। ਹਾਂਜੀ, ਇਹਨਾਂ ਨੇ ਸਾਨੂੰ ਕੁਐਸਚਨ ਇਹ ਪੁੱਛਿਆ ਹੈ, 4 ਮਜ਼ਦੂਰ ਇੱਕ ਦੀਵਾਰ ਨੂੰ 10 ਦਿਨ ਵਿੱਚ ਪੂਰਾ ਕਰਦੇ ਨੇ। ਇਸ ਦੀਵਾਰ ਨੂੰ 5 ਦਿਨਾਂ ਵਿੱਚ ਪੂਰਾ ਕਰਨ ਲਈ ਕਿੰਨੇ ਹੋਰ ਮਜ਼ਦੂਰਾਂ ਦੀ ਲੋੜ ਪਵੇਗੀ। ਇਹਨਾਂ ਨੇ ਕਿਹਾ ਹੈ ਕਿੰਨੇ ਹੋਰ ਮਜ਼ਦੂਰਾਂ ਦੀ, ਵੀ 4 ਤਾਂ ਪਹਿਲੀ ਲੱਗੀ ਹੋਈ ਹੈ ਸਾਡੇ ਕੋਲ, ਠੀਕ ਹੈ। ਤੇ ਸਾਨੂੰ ਉਹਨਾਂ ਨੇ ਪੁੱਛਿਆ ਵੀ ਕਿੰਨੇ ਹੋਰ ਮਜ਼ਦੂਰਾਂ ਦੀ ਲੋੜ ਪਵੇਗੀ। ਤੇ 4 ਮਜ਼ਦੂਰ ਸਾਡੇ ਕੋਲ ਪਹਿਲੇ ਹੈ, ਤੇ ਅਸੀਂ ਜੋ ਟੋਟਲ ਜੋ ਮਜ਼ਦੂਰ ਕੱਢੇ हैं ਵੀ ਜੋ 5 ਦਿਨਾਂ ਦੇ ਅੰਦਰ ਦੀਵਾਰ ਨੂੰ ਪੂਰਾ ਕਰ ਸਕਦੇ हैं, ਉਹ ਆਏ हैं ਸਾਡੇ ਕੋਲ ਕੁੱਲ ਜੋ ਮਜ਼ਦੂਰ हैं ਉਹ 8 ਆਏ हैं, ਠੀਕ ਹੈ। ਇਟ ਮੀਨਸ ਕਿ 4 ਸਾਡੇ ਕੋਲ ਪਹਿਲੇ ਵਾਲੇ ਸੀ ਤੇ 8 ਜੋ ਹੈ ਸਾਨੂੰ ਚਾਹੀਦੇ ਹੈ। ਤੇ ਮਤਲਬ 8 ਜੋ ਹੈ ਉਹ ਟੋਟਲ ਚਾਹੀਦੇ ਹੈ, ਕੁੱਲ ਮਿਲਾ ਕੇ ਚਾਹੀਦੇ ਹੈ। ਤਾਂ 8 ਦੇ ਵਿੱਚੋਂ ਅਸੀਂ ਜੋ ਪਹਿਲੇ ਵਾਲੇ 4 ਹੈ ਉਹ ਮਾਈਨਸ ਕਰ ਦਾਂਗੇ। ਇਟ ਮੀਨਸ ਕਿ ਸਾਨੂੰ 4 ਹੋਰ ਮਜ਼ਦੂਰ ਚਾਹੀਦੇ ਹੈ। ਇਹਨਾਂ ਦਾ ਕੁਐਸਚਨ ਹੈ ਕਿੰਨੇ ਹੋਰ ਮਜ਼ਦੂਰਾਂ ਦੀ ਲੋੜ ਪਵੇਗੀ। ਦੇਖੋ 5 ਦਿਨਾਂ ਦੇ ਵਿੱਚ ਦੀਵਾਰ ਨੂੰ ਬਣਾਉਣ ਵਾਸਤੇ ਸਾਨੂੰ ਜੋ ਹੈ 8 ਯਾਨੀ ਕਿ 8 ਮਜ਼ਦੂਰਾਂ ਦੀ ਜੋ ਹੈ ਜ਼ਰੂਰਤ ਹੈ। ਤੇ 4 ਸਾਡੇ ਕੋਲ ਪਹਿਲਾਂ ਹੀ ਲੱਗੇ ਹੋਏ ਹੈ, ਅਸੀਂ ਉਹਨਾਂ 4 ਨੂੰ ਮਾਈਨਸ ਕਰ ਦਈਏ ਤਾਂ ਸਾਨੂੰ ਹੋਰ 4 ਜੋ ਹੈ ਮਜ਼ਦੂਰਾਂ ਦੀ ਯਾਨੀ ਕਿ 4, ਠੀਕ ਹੈ, 4 ਮਜ਼ਦੂਰਾਂ ਦੀ ਜੋ ਹੈ ਸਾਨੂੰ ਜੋ ਹੈ ਹੋਰ ਲੋੜ ਪਵੇਗੀ। ਸਾਡਾ ਆਨਸਰ ਹੋਊਗਾ 4 ਯਾਨੀ ਕਿ 4। ਹਾਂਜੀ, ਨੈਕਸਟ ਹੈ ਜੀ, ਇੱਕ ਟਰੱਕ 25 ਮਿੰਟ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਜੇਕਰ ਗਤੀ ਇੱਕੋ ਜਿਹੀ ਰਹਿੰਦੀ ਹੈ। ਇੱਥੇ ਇਹਨਾਂ ਨੇ ਜੋ ਕਿਹਾ ਹੈ ਨਾ ਵੀ ਜੇਕਰ ਗਤੀ ਇੱਕੋ ਜਿਹੀ ਰਹਿੰਦੀ ਹੈ, ਇਟ ਮੀਨਸ ਕਿ ਉਹ ਸਾਨੂੰ ਕਹਿ ਰਹੇ ਹੈ ਵੀ ਜੋ ਗਤੀ ਤੋਂ ਭਾਵ ਕੀ ਹੈ, ਸਪੀਡ ਹੈ, ਠੀਕ ਹੈ, ਵੀ ਕਿੰਨੇ ਕਿਲੋਮੀਟਰ ਪਰ ਆਵਰ ਚੱਲ ਰਿਹਾ ਹੈ। ਇੱਥੇ ਨਾਲੇ ਇਹਨਾਂ ਨੇ ਦੱਸ ਰੱਖਿਆ ਵੀ 25 ਮਿੰਟਾਂ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਤੇ ਜੋ ਗਤੀ ਹੈ ਯਾਨੀ ਕਿ ਜੋ ਸਪੀਡ ਹੈ ਉਹ ਚੇਂਜ ਨਹੀਂ ਹੋ ਰਹੀ ਹੈ, ਸੇਮ ਹੈ, ਯੂਨੀਫਾਰਮ ਹੈ, ਕੌਨਸਟੈਂਟ ਹੈ। ਹਾਂਜੀ, ਤਾਂ ਇਹ 50 ਮਿੰਟਾਂ ਵਿੱਚ ਡੈਸ਼ ਦੂਰੀ ਤੈਅ ਕਰੇਗਾ। ਇਹਨਾਂ ਨੇ ਸਾਨੂੰ ਦੇਖੋ ਵੈਸੇ ਸਿੰਪਲ ਜਿਹਾ ਕੁਐਸਚਨ ਹੈ ਵੀ 25 ਮਿੰਟਾਂ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰ ਰਿਹਾ ਹੈ। ਅਗਰ 25 ਮਿੰਟਾਂ ਵਿੱਚ 14 ਕਿਲੋਮੀਟਰ ਚੱਲ ਰਿਹਾ ਹੈ ਤਾਂ ਹੁਣ 25 ਦਾ ਡਬਲ ਹੁੰਦਾ ਹੈ 50, ਠੀਕ ਹੈ। ਤਾਂ 50 ਮਿੰਟਾਂ ਵਿੱਚ ਉਹ 28 ਕਿਲੋਮੀਟਰ ਚੱਲੂਗਾ। ਦੇਖੋ ਨਾ ਸਿੰਪਲ ਜਿਹਾ ਕੁਐਸਚਨ ਹੈ ਵੈਸੇ। ਇੱਥੇ ਜੋ ਸਮਾਂ ਹੈ ਉਹ 25 ਮਿੰਟ ਹੈ। ਹੁਣ 25 ਮਿੰਟਾਂ ਵਿੱਚ ਜੋ ਦੂਰੀ ਤੈਅ ਹੋ ਰਹੀ ਸੀ ਉਹ ਸੀ 14 ਕਿਲੋਮੀਟਰ। ਤੇ ਅਗਰ ਅਸੀਂ ਸਮਾਂ 25 ਤੋਂ 50 ਕਰ ਦਿੱਤਾ ਤਾਂ ਇੱਥੇ ਜੋ ਦੂਰੀ ਹੈ ਉਹ ਵੀ ਤਾਂ ਜੋ ਹੈ ਡਬਲ ਹੋ ਜਾਊਗੀ, ਕਿਉਂਕਿ 25 ਦਾ ਦੁੱਗਣਾ ਹੁੰਦਾ ਹੈ 50। ਤਾਂ ਅਗਰ ਪਹਿਲਾ ਦੂਰੀ ਉਹ 14 ਕਿਲੋਮੀਟਰ ਜੋ ਹੈ ਤੈਅ ਕਰ ਰਿਹਾ ਸੀ ਤਾਂ ਹੁਣ ਜੋ ਹੈ ਉਹ 28 ਕਿਲੋਮੀਟਰ, 14 ਦੁਨਾ 28 ਹੋ ਜਾਂਦਾ ਹੈ, ਤੁਹਾਨੂੰ ਪਤਾ ਹੀ ਹੈ, ਠੀਕ ਹੈ। ਤਾਂ ਹੁਣ 28 ਕਿਲੋਮੀਟਰ ਹੋ ਜਾਊਗਾ, ਤਾਂ ਸਾਡਾ ਆਨਸਰ ਜੋ ਹੈ ਉਹ 28 ਕਿਲੋਮੀਟਰ ਆ ਜਾਊਗਾ। ਬਾਕੀ ਇਹ ਜੋ ਕੁਐਸਚਨ ਹੈ ਇਹ ਸਾਡਾ ਡਾਇਰੈਕਟ ਪ੍ਰਪੋਰਸ਼ਨ ਵਾਲਾ ਕੁਐਸਚਨ ਹੈ। ਉਹਦਾ ਰੀਜ਼ਨ ਇਹ ਹੈ ਵੀ ਇੱਕ ਚੀਜ਼ ਦੇ ਵਧਣ ਦੇ ਨਾਲ ਸਮਾਂ ਅਗਰ ਅਸੀਂ ਵਧਾ ਰਹੇ ਹਾਂ, ਵੀ ਅਗਰ ਪਹਿਲਾ ਸਮਾਂ 25 ਮਿੰਟ ਸੀ ਤਾਂ ਉਹ 14 ਕਿਲੋਮੀਟਰ ਚੱਲ ਰਿਹਾ ਸੀ, ਤੇ ਹੁਣ ਅਗਰ ਅਸੀਂ ਸਮਾਂ ਵਧਾ ਰਹੇ ਹਾਂ ਵੀ 25 ਤੋਂ 50 ਮਿੰਟ ਕਰ ਰਹੇ ਹਾਂ, ਤਾਂ ਓਬਵੀਅਸ ਜੀ ਗੱਲ ਹੈ ਵੀ ਉਹ ਜੋ ਟਰੱਕ ਹੈ ਉਹ ਜ਼ਿਆਦਾ ਜੋ ਹੈ ਡਿਸਟੈਂਸ ਜਾਂ ਦੂਰੀ ਜੋ ਹੈ ਉਹ ਤੈਅ ਕਰੇਗਾ, ਠੀਕ ਹੈ। ਇਹ ਜੋ ਹੈ ਡਾਇਰੈਕਟ ਪ੍ਰਪੋਰਸ਼ਨ ਵਾਲਾ ਜੋ ਹੈ ਕੁਐਸਚਨ ਹੈ, ਸਿੱਧੇ ਅਨੁਪਾਤ ਵਾਲਾ ਕੁਐਸਚਨ ਹੈ। ਇਹਦੇ ਵਿੱਚ ਅਸੀਂ ਕਰਦੇ ਕੀ ਹੁੰਦੇ ਹਾਂ, ਹਾਂਜੀ, ਇਹ ਜੋ 25 ਹੈ ਇਸ ਨੂੰ ਅਸੀਂ ਰੱਖਾਂਗੇ ਨਿਊਮਰੇਟਰ ਦੇ ਵਿੱਚ, ਜਿਹੜਾ 14 ਕਿਲੋਮੀਟਰ ਹੈ ਉਸ ਨੂੰ ਅਸੀਂ ਰੱਖਾਂਗੇ ਡਿਨੋਮੀਨੇਟਰ ਦੇ ਵਿੱਚ, ਜਿਹੜਾ 50 ਮਿੰਟ ਹੈ ਉਸ ਨੂੰ ਅਸੀਂ ਰੱਖਾਂਗੇ ਨਿਊਮਰੇਟਰ ਦੇ ਵਿੱਚ, ਤੇ ਜੋ ਸਾਨੂੰ ਦੂਰੀ ਕੱਢਣੀ ਹੈ, ਫਾਈਂਡ ਆਊਟ ਕਰਨੀ ਹੈ, ਉਸ ਨੂੰ ਅਸੀਂ x ਕਿਲੋਮੀਟਰ ਜੋ ਹੈ ਐਜ਼ਿਊਮ ਕਰ ਲਾਂਗੇ। ਇਸ ਤੋਂ ਬਾਅਦ ਅਸੀਂ ਕ੍ਰੋਸ ਮਲਟੀਪਲਾਈ ਕਰਨਾ ਹੁੰਦਾ ਹੈ, x 25 ਵੱਲ ਜਾਏਗਾ ਤੇ ਜੋ 14 ਹੈ 14 ਹੈ ਉਹ 50 ਵੱਲ ਨੂੰ ਆਊਗਾ। ਹਾਂਜੀ, ਇਸ ਤੋਂ ਬਾਅਦ ਕੀ ਹੈ, ਜਿਹੜਾ ਇਹ 25 ਹੈ ਉਹ ਇੱਥੇ ਥੱਲੇ ਜੋ ਹੈ ਆ ਜਾਊਗਾ ਡਿਨੋਮੀਨੇਟਰ ਦੇ ਵਿੱਚ। ਹਾਂਜੀ, ਤੇ 25 ਦੁਨਾ 50 ਹੁੰਦਾ ਹੈ, ਠੀਕ ਹੈ। ਤੇ 2 ਦੇ ਨਾਲ 14 ਨੂੰ ਮਲਟੀਪਲਾਈ ਕਰਾਂਗੇ, 14 ਨੂੰ ਮਲਟੀਪਲਾਈ ਕਰਾਂਗੇ 2 ਦੇ ਨਾਲ ਤਾਂ ਸਾਨੂੰ ਮਿਲੂਗਾ 28। ਤਾਂ ਇੱਦਾਂ ਵੀ ਕਰ ਸਕਦੇ ਹਾਂ। ਬਾਕੀ ਕਿਉਂਕਿ ਐਗਜ਼ਾਮ ਦੇ ਵਿੱਚ ਟਾਈਮ ਬੜਾ ਕੀਮਤੀ ਹੁੰਦਾ ਹੈ, ਤਾਂ
मतलब इदां दे क्वेश्चंस जो साफ नज़र आ रहे हैं भी हाँ 28 किलोमीटर जो है आंसर है, ਤੁਹਾਨੂੰ ਕਰਕੇ ਜੋ ਹੈ ਵੇਖਣ ਦੀ ਜ਼ਰੂਰਤ ਨਹੀਂ ਹੈ। ਮੈਂ ਤਾਂ ਜਸਟ ਤੁਹਾਨੂੰ ਸਮਝਾਉਣ ਵਾਸਤੇ ਵੀ ਇਹ ਸਿੱਧੇ ਅਨੁਪਾਤ ਵਾਲਾ ਕੁਐਸਚਨ ਸੀ ਤੇ ਕਿੱਦਾਂ ਅਸੀਂ ਜੋ ਹੈ ਸਿੱਧਾ ਅਨੁਪਾਤ ਜਾਂ ਡਾਇਰੈਕਟ ਪ੍ਰੋਪੋਰਸ਼ਨ ਜੋ ਹੈ ਅਪਲਾਈ ਕਰਨਾ ਹੁੰਦਾ ਹੈ, ਤਾਂ ਕਰਕੇ ਮੈਂ ਤੁਹਾਨੂੰ ਜੋ ਹੈ ਸਮਝਾ ਦਿੱਤਾ ਹੈ। ਐਗਜ਼ਾਮ ਦੇ ਵਿੱਚ ਟਾਈਮ ਜੋ ਹੈ ਕਾਫੀ ਲਿਮਿਟਿਡ ਹੁੰਦਾ ਹੈ, ਤਾਂ ਤੁਸੀਂ ਇਹਨਾਂ ਕੁਐਸਚਨਸ 'ਤੇ ਆਪਣਾ ਟਾਈਮ ਜੋ ਹੈ ਵੇਸਟ ਨਾ ਕਰਨਾ, ਜੋ ਸਾਨੂੰ ਸਾਫ਼ ਨਜ਼ਰ ਆ ਰਿਹਾ ਹੈ ਵੀ ਮਤਲਬ ਆਨਸਰ ਕੀ ਹੈ। ਠੀਕ ਹੈ, ਤਾਂ 28 ਕਿਲੋਮੀਟਰ ਜੋ ਹੈ ਇਹਦਾ ਆਨਸਰ ਹੈ। ਹਾਂਜੀ, ਕੁਐਸਚਨ ਨੰਬਰ 8 ਹੈ ਜੀ 8 ਰੁਪੀਜ਼ ਐਂਡ 50 ਪੈਸੇ ਦਾ ਅਨੁਪਾਤ ਰੂਪ ਡੈਸ਼ ਹੈ। 8 ਰੁਪਏ ਅਤੇ 50 ਪੈਸੇ ਦਾ ਅਨੁਪਾਤ ਰੂਪ ਤੋਂ ਭਾਵ ਕੀ ਹੁੰਦਾ ਹੈ, ਸਾਨੂੰ ਰੇਸ਼ੋ ਕੱਢਣੀ ਹੈ। ਪਰ ਰੇਸ਼ੋ ਕੱਢਣ ਤੋਂ ਪਹਿਲਾਂ ਕੀ ਹੈ ਵੀ ਦੇਖੋ ਇਹਨਾਂ ਨੇ ਜੋ 8 ਹੈ ਨਾ, ਉਸ ਦੇ ਨਾਲ ਜੋ ਯੂਨਿਟਸ ਲਿਖੇ ਹੈ ਉਹ ਰੁਪਏ ਹੈ। ਠੀਕ ਹੈ, ਤਾਂ ਸਾਨੂੰ ਜੋ 8 ਹੈ ਉਸ ਦੇ ਜੋ ਯੂਨਿਟਸ ਹੈ ਉਹਨਾਂ ਨੂੰ ਰੁਪਏ ਤੋਂ ਪੈਸੇ ਦੇ ਵਿੱਚ ਚੇਂਜ ਕਰਨਾ ਪਊਗਾ। ਹਾਂਜੀ, ਦੇਖੋ 1 ਰੁਪਏ ਦੇ ਅੰਦਰ ਜੋ ਹੈ 100 ਪੈਸੇ ਹੁੰਦੇ ਹੈ। 1 ਰੁਪਏ ਦੇ ਅੰਦਰ 100 ਪੈਸੇ ਹੁੰਦੇ ਹੈ। ਇੱਥੇ ਸਾਡੇ ਕੋਲ 8 ਰੁਪਏ ਹੈ, ਤਾਂ ਇਟ ਮੀਨਸ ਕਿ ਅਸੀਂ ਇਸ ਨੂੰ ਪੈਸਿਆਂ ਦੇ ਵਿੱਚ ਕਨਵਰਟ ਕਰਨ ਵਾਸਤੇ 100 ਨਾਲ ਮਲਟੀਪਲਾਈ ਕਰਾਂਗੇ। ਇਹ ਅਸੀਂ ਕਿਉਂ ਕਰ ਰਹੇ ਹਾਂ, ਕਿਉਂਕਿ ਇੱਥੇ 8 ਰੁਪਏ ਦੀ ਗੱਲ ਹੋ ਰਹੀ ਹੈ। ਠੀਕ ਹੈ, ਅਤੇ 8 ਰੁਪੀਜ਼ 1 ਰੁਪਏ ਦੇ ਅੰਦਰ 100 ਪੈਸੇ ਹੁੰਦੇ ਹੈ, ਅਤੇ ਦੂਜਾ ਕੀ ਹੈ 50 ਪੈਸੇ ਹੈ। ਇਹਨਾਂ ਨੇ ਸਾਨੂੰ ਅਨੁਪਾਤ ਰੂਪ ਪੁੱਛਿਆ ਸੀ। ਅਨੁਪਾਤ ਤੋਂ ਭਾਵ ਕੀ ਹੈ ਵੀ ਅਸੀਂ ਰੇਸ਼ੋ ਕੱਢਣੀ ਹੈ। ਰੇਸ਼ੋ ਵਾਸਤੇ ਅਸੀਂ ਕੀ ਕਰਦੇ ਹੁੰਦੇ ਹਾਂ ਵੀ ਜਿਵੇਂ ਇੱਕ ਸਾਨੂੰ 8 ਰੁਪੀਜ਼ ਦੇ ਰੱਖਿਆ, ਇੱਕ 50 ਪੈਸੇ ਦੇ ਰੱਖਿਆ, ਤਾਂ ਅਸੀਂ ਉਹਨਾਂ ਦੇ ਰੇਸ਼ੋ ਲੈਣੀ ਹੁੰਦੀ। ਰੇਸ਼ੋ ਦਾ ਭਾਵ ਇਹ ਹੁੰਦਾ ਵੀ ਨਿਊਮਰੇਟਰ ਅਪੋਨ ਡਿਨੋਮੀਨੇਟਰ ਵਾਲੀ ਫੋਰਮ ਦੇ ਵਿੱਚ ਅਸੀਂ ਜੋ ਹੈ ਰੱਖਣਾ ਹੁੰਦਾ ਹੈ। ਤਾਂ 8 ਰੁਪੀਜ਼ ਨੂੰ ਮੈਂ ਜੋ ਹੈ ਨਿਊਮਰੇਟਰ ਦੀ ਥਾਂ 'ਤੇ ਰੱਖਤਾ ਹੈ, ਅਤੇ ਜੋ 50 ਪੈਸੇ ਹੈ ਉਸ ਨੂੰ ਜੋ ਹੈ ਡਿਨੋਮੀਨੇਟਰ ਦੀ ਥਾਂ 'ਤੇ ਰੱਖ ਦਿੱਤਾ ਹੈ। ਹਾਂਜੀ, ਅਤੇ 8 ਰੁਪੀਜ਼ ਨੂੰ ਪੈਸਿਆਂ ਦੇ ਵਿੱਚ ਕਨਵਰਟ ਕਰ ਲਿਆ ਹੈ 100 ਜਾਂ 100 ਦੇ ਨਾਲ ਮਲਟੀਪਲਾਈ ਕਰਕੇ। ਹੁਣ 52 ਦਾ ਇਹ ਹੋ ਜਾਂਦਾ ਹੈ ਜੀ 52 ਦਾ 100 ਹੋ ਗਿਆ। ਠੀਕ ਹੈ, ਅਤੇ ਥੱਲੇ ਜੋ ਹੈ ਦੇਖੋ ਤੁਸੀਂ ਹੁਣ ਕਹੋਗੇ ਵੀ ਥੱਲੇ 50 ਤਾਂ ਖਤਮ ਹੋ ਗਿਆ। ਦੇਖੋ 50 ਖਤਮ ਨਹੀਂ ਹੁੰਦਾ, ਉਹਦੀ ਥਾਂ 'ਤੇ ਜੋ ਹੈ 1 ਜੋ ਹੈ ਹਮੇਸ਼ਾ ਰਹਿੰਦਾ ਹੈ, ਕਿਉਂਕਿ 50 ਦੇ ਟੇਬਲ 'ਤੇ ਅਸੀਂ ਡਿਵਾਈਡ ਕੀਤਾ ਹੈ। ਅਸੀਂ 51 ਦਾ 50 ਹੋ ਗਿਆ ਅਤੇ 52 ਦਾ 100 ਹੋ ਗਿਆ। ਅਤੇ ਉੱਪਰ ਦੇਖੋ ਨਿਊਮਰੇਟਰ ਦੇ ਵਿੱਚ 8 2 ਦਾ ਕਿੰਨਾ ਹੁੰਦਾ ਹੈ 16 ਹੁੰਦਾ ਹੈ, ਅਤੇ ਥੱਲੇ ਕੀ ਹੈ 1 ਹੈ। ਸਾਨੂੰ ਰੇਸ਼ੋ ਕੱਢਣੀ ਹੈ। ਤੁਸੀਂ ਇੱਥੇ ਪੁੱਛੋਗੇ ਵੀ ਸਰ ਡਿਨੋਮੀਨੇਟਰ ਨੂੰ ਜੋ ਹੈ ਅਸੀਂ ਇੰਨਾ ਕਿਉਂ ਜੋ ਹੈ ਦੇਖ ਰਹੇ ਹਾਂ, ਅੱਗੇ ਤਾਂ ਅਸੀਂ ਕਦੀ ਇੱਕ ਨੂੰ ਨੋਟ ਡਾਊਨ ਨਹੀਂ ਕਰਦੇ। ਅਗਰ ਅਸੀਂ ਰੇਸ਼ੋ ਜਾਂ ਅਨੁਪਾਤ ਕੱਢਣਾ ਹੁੰਦਾ ਹੈ ਤਾਂ ਫਿਰ ਅਸੀਂ ਜੋ ਡਿਨੋਮੀਨੇਟਰ ਦੇ ਵਿੱਚ 1 ਹੁੰਦਾ ਹੈ ਉਸ ਨੂੰ ਵੀ ਕਾਊਂਟ ਕਰਨਾ ਹੁੰਦਾ ਹੈ। ਸਾਨੂੰ ਅਗਰ ਰੇਸ਼ੋ ਕੱਢਣੀ ਹੈ ਜਾਂ ਅਨੁਪਾਤ ਕੱਢਣਾ ਹੈ ਤਾਂ ਥੱਲੇ ਜੋ ਡਿਨੋਮੀਨੇਟਰ ਦੇ ਵਿੱਚ ਜੋ ਵੀ ਨੰਬਰ ਹੈ, ਜਿਵੇਂ ਇੱਥੇ 1 ਬਚਿਆ ਹੈ, 1 ਨੂੰ ਵੀ ਸਾਨੂੰ ਕਾਊਂਟ ਕਰਨਾ ਹੁੰਦਾ ਹੈ। ਇਹ ਜ਼ਰੂਰੀ ਹੁੰਦਾ ਹੈ। ਠੀਕ ਹੈ, ਹਾਂਜੀ, ਤਾਂ 8 2 ਦਾ ਹੋ ਗਿਆ 16, ਅਤੇ ਥੱਲੇ ਜੋ 1 ਹੈ ਇਸ ਨੂੰ ਅਸੀਂ ਇੱਥੇ ਲਿਖਾਂਗੇ। ਅਤੇ ਰੇਸ਼ੋ ਜਾਂ ਅਨੁਪਾਤ ਦਾ ਜੋ ਸਿੰਬਲ ਹੁੰਦਾ ਹੈ ਉਹ ਹੁੰਦਾ 2 ਬਿੰਦੂ। ਠੀਕ ਹੈ, ਇੱਦਾਂ ਕਰਕੇ ਨਾ 1 ਮਿੰਟ ਜ਼ਰਾ 2 ਬਿੰਦੂ ਅਸੀਂ ਜੋ ਹੈ ਯੂਜ਼ ਕਰਨੇ ਹੁੰਦੇ ਹੈ। ਚਲੋ ਇੱਥੇ ਹੁਣ ਥੋੜ੍ਹਾ ਠੀਕ ਨਹੀਂ ਬਣ ਰਹੇ ਹੈ ਬਿੰਦੂ। 2 ਬਿੰਦੂ ਜੋ ਹੈ ਉਹ ਰੇਸ਼ੋ ਦਾ ਅਨੁਪਾਤ ਦਾ ਸਿੰਬਲ ਹੁੰਦੇ ਹੈ। ਤਾਂ 16 ਰੇਸ਼ੋ 1 ਜਾਂ 16 ਅਨੁਪਾਤ 1 ਇਹ ਜੋ ਹੈ ਸਾਡਾ ਆਨਸਰ ਹੋਊਗਾ।